हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ यूट्यूब ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਜਨਰਲ ਇੰਗਲਿਸ਼ ਦਾ ਆਪਾਂ ਸੈਕਸ਼ਨ ਏ ਦੇ ਇੰਪੋਰਟੈਂਟ ਕੁਐਸਚਨ ਆਨਸਰ ਕਰਾਂਗੇ ਜਿਵੇਂ ਸੈਕਸ਼ਨ ਸੀ ਦੇ ਕੀਤੇ ਨੇ। ਸੋ ਉਹਨਾਂ ਦੇ ਵਿੱਚ ਜਿਵੇਂ ਤੁਹਾਨੂੰ ਸਮਝਾਇਆ ਕਿ ਤੁਹਾਡੇ 6 ਚੈਪਟਰ ਨੇ, 6 ਚੈਪਟਰ ਦੇ ਵਿੱਚੋਂ ਤੁਸੀਂ ਪਹਿਲੇ 4 ਜਾਂ ਪਿਛਲੇ 4 ਕਰ ਸਕਦੇ ਹੋ। ਸੇਮ ਉਸੇ ਤਰ੍ਹਾਂ ਸ਼ਾਰਟ ਕੁਐਸਚਨ ਲਈ, ਕਿਉਂਕਿ ਸੀ ਸੈਕਸ਼ਨ ਦੇ ਵਿੱਚੋਂ ਤੁਹਾਨੂੰ 4 ਕੁਐਸਚਨ ਆਉਣਗੇ, 4 ਦੇ ਵਿੱਚੋਂ ਤੁਸੀਂ ਕੋਈ 2 ਕਰਨੇ ਹੋਣਗੇ। ਹਰ ਚੈਪਟਰ 'ਚ ਇੱਕ ਕੁਐਸਚਨ ਜਾਊਗਾ। ਐਵੇਂ ਜਿਹੜਾ ਆਪਣਾ ਸੈਕਸ਼ਨ ਏ ਆ, ਸੈਕਸ਼ਨ ਏ ਇੰਟੈਂਸਿਵ ਸਟੱਡੀ ਇਹਦੇ ਵਿੱਚੋਂ 5 ਆਉਣਗੇ, 5 ਦੇ ਵਿੱਚੋਂ ਤੁਸੀਂ ਕੋਈ 3 ਕਰਨੇ ਹੋਣਗੇ। ਹਰ ਕੁਐਸਚਨ 2 ਮਾਰਕਸ ਦਾ ਹੋਊਗਾ। ਸੋ ਜਿਹੜੇ ਥੀਮ ਅਤੇ ਕਰੈਕਟਰ ਸਕੈਚ ਆ ਉਹ 3-3 ਅੰਕਾਂ ਦੇ ਹੋਣਗੇ। ਸੈਕਸ਼ਨ ਏ ਅਤੇ ਸੀ ਦੇ ਆਲਰੇਡੀ ਅਪਲੋਡ ਕੀਤੇ ਹੋਏ ਨੇ, ਉਹਨਾਂ ਨੂੰ ਜ਼ਰੂਰ ਵਾਚ ਕਰੋ। ਬਹੁਤ ਹੀ ਈਜ਼ੀ ਵਰਡਿੰਗ ਦੇ ਵਿੱਚ ਕਰਵਾਏ ਹੋਏ ਨੇ, ਤੁਹਾਡੇ ਮਿੰਟਾਂ ਵਿੱਚ ਯਾਦ ਹੋ ਜਾਣਗੇ। ਅਤੇ ਸਟੂਡੈਂਟਸ ਜਿਹੜਾ ਮਾਈਂਡ ਮੈਪ ਆ, ਤੁਸੀਂ ਵਾਰ ਕਮੈਂਟ ਕਰ ਰਹੇ ਹੋ ਕਿ ਉੱਥੇ ਮੈਪ ਆਊਗਾ, ਨਹੀਂ ਕੁਛ ਨਹੀਂ ਹੈ। ਮਾਈਂਡ ਮੈਪ ਦਾ ਮਤਲਬ ਇਹ ਹੈ ਕਿ ਤੁਹਾਨੂੰ ਜੇ ਕੁਐਸਚਨ ਆਨਸਰ ਜਿਹੜਾ ਲੌਂਗ ਕਰੈਕਟਰ ਸਕੈਚ ਆ ਤੁਹਾਨੂੰ ਲਾਈਨਾਂ ਦੇ ਵਿੱਚ ਨਹੀਂ ਯਾਦ ਹੋਇਆ, ਹੈ ਨਾ, ਜਿਵੇਂ ਆਪਾਂ ਉਹਨੂੰ 1 2 3 ਲਾਈਨਾਂ ਦੇ ਵਿੱਚ ਕਰ ਲੈਂਦੇ ਨਾ ਥੀਮ ਨੂੰ, ਐਵੇਂ ਹੀ ਜਿਹੜਾ ਮਾਈਂਡ ਮੈਪ ਹੈ, ਮਾਈਂਡ ਮੈਪ ਨੂੰ ਆਪਾਂ ਤੁਸੀਂ ਜਿਹੜੇ ਹੈਡਿੰਗ, ਮਤਲਬ ਕਿ ਆਪਾਂ ਹੈਡਿੰਗ ਯਾਦ ਕਰ ਦਿਓ। ਜਿਵੇਂ ਹਿਸਟਰੀ ਦੇ ਵਿੱਚ ਹੈਡਿੰਗ ਹੁੰਦੇ ਨੇ ਨਾ, ਹਿਸਟਰੀ ਵਿੱਚ ਹੁੰਦੇ ਨੇ, ਪੋਲੀਟੀਕਲ ਸਾਇੰਸ 'ਚ ਐਵੇਂ ਹੈਡਿੰਗ ਹੁੰਦੇ ਨੇ। ਉਹ ਹੈਡਿੰਗ ਨੂੰ ਲਿਖਣ ਦਾ ਢੰਗ ਹੈ ਕਿ ਉਹਨਾਂ ਨੂੰ ਟੇਢੇ ਮੇਢੇ ਲਿਖ ਦਿਓ, ਇੱਧਰ ਲਿਖ ਦਿਓ, ਇੱਧਰ ਲਿਖ ਦਿਓ, ਇੱਧਰ ਲਿਖ ਦਿਓ, ਐਵੇਂ। ਠੀਕ ਆ, ਉਹਨੂੰ ਕਹਿੰਦੇ ਨੇ ਮਾਈਂਡ ਮੈਪ। ਆਪ ਬਣਾਉਣਾ ਤੁਸੀਂ, ਆਪ ਮਤਲਬ ਕਿ ਤੁਹਾਨੂੰ ਕੋਈ ਕਰੈਕਟਰ ਸਕੈਚ ਆ, ਮੰਨ ਲਓ ਹਸਨ ਦਾ ਕਰੈਕਟਰ ਸਕੈਚ ਆ, ਹਸਨ ਦਾ ਤੁਹਾਨੂੰ ਸਾਰਾ ਕਰੈਕਟਰ ਸਕੈਚ ਨਹੀਂ ਆਉਂਦਾ, ਤੁਹਾਨੂੰ ਸਿਰਫ ਉਹਦੇ ਵਿੱਚੋਂ ਕੁਛ ਪੁਆਇੰਟ ਜੇ ਆਉਂਦੇ ਨੇ ਵੀ ਉਹ ਉਹਦੀ ਰੈਗੂਲਰ ਸਟੂਡੈਂਟ ਸੀ, ਹੈ ਨਾ, ਓਨਲੀ ਇੰਪੋਰਟੈਂਟ ਕੁਐਸਚਨ ਪ੍ਰਿਪੇਅਰ ਕਰਦਾ ਸੀ, ਅਤੇ ਹੈਬਿਟ ਉਹਦੀਆਂ ਲੇਜ਼ੀ ਹੈਬਿਟ ਸੀ ਉਹਦੀਆਂ, ਅਤੇ CD ਸੋਫਟਵੇਅਰ ਬਣ ਗਿਆ ਸੀ ਉਹ ਸੇਲਜ਼ਮੈਨ, ਹੈ ਨਾ। ਇਹ ਤੁਹਾਨੂੰ ਕੀ ਕੁਛ ਐਵੇਂ ਦੇ ਪੁਆਇੰਟ ਆਉਂਦੇ ਨੇ, ਤਾਂ ਉਹਨਾਂ ਪੁਆਇੰਟਾਂ ਨੂੰ ਤੁਸੀਂ ਐਵੇਂ ਤਾਂ ਲਿਖ ਨਹੀਂ ਸਕਦੇ, ਹੈ ਨਾ। ਤਾਂ ਉਹਦਾ ਢੰਗ ਇਹੀ ਹੈ ਕਿ ਵਿਚਕਾਰ ਹਸਨ ਲਿਖੋ, ਇੱਥੇ ਲਿਖ ਦਿਓ, ਇੱਧਰ ਲਿਖ ਦਿਓ, ਇੱਧਰ ਲਿਖ ਦਿਓ ਵੀ ਉਹ ਕਿਵੇਂ ਦਾ ਬੱਚਾ ਸੀ। ਠੀਕ ਹੈ, ਨਰੇਟਰ ਨੂੰ ਮਿਲਿਆ ਉਹ 35 ਈਅਰਸ ਦਾ ਸੀ, ਤਾਂ ਐਵੇਂ ਕਿੱਥੇ ਪੜ੍ਹਦਾ ਸੀ ਉਹ, ਬੰਗਲੌਰ ਕਾਲਜ ਦੇ ਵਿੱਚ, ਹੈ ਨਾ, MCA ਸਟੂਡੈਂਟ ਸੀ ਉਹ, ਐਵੇਂ। ਠੀਕ ਆ, ਇਹਨੂੰ ਐਵੇਂ ਲਿਖ ਦੋਗੇ ਤਾਂ ਇਹ ਵੀ, ਜੇ ਤੁਸੀਂ ਕਰੈਕਟਰ ਸਕੈਚ ਨੂੰ ਲਾਈਨਾਂ ਦੇ ਵਿੱਚ ਯਾਦ ਨਹੀਂ ਕੀਤਾ ਹੋਇਆ ਫਿਰ ਐਵੇਂ ਵੀ ਕਰ ਦੋਗੇ ਤਾਂ ਵੀ ਤੁਹਾਨੂੰ 3 ਮਿਲ ਜਾਣਗੇ, 3 ਅੰਕ। ਉਹ ਐਵੇਂ ਆ, ਓਕੇ। ਸੋ ਧਿਆਨ ਦੇ ਨਾਲ ਸਮਝੋ। ਬਾਕੀ ਕਿਵੇਂ ਦਾ ਪੇਪਰ ਹੋਊਗਾ, ਕੁਐਸਚਨ ਪੇਪਰ ਦਾ, ਹੈ ਨਾ, ਨਮੂਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀ ਐਵੇਂ ਦਾ ਤੁਹਾਨੂੰ ਨਮੂਨਾ ਪ੍ਰਸ਼ਨ ਪੱਤਰ ਸ਼ੇਅਰ ਕਰਦੀ ਹਾਂ, ਜਿਵੇਂ ਤੁਹਾਡਾ ਪ੍ਰੀ ਬੋਰਡ ਦੇ ਵਿੱਚ ਐਗਜ਼ਾਮ ਹੋਏ ਸੀ ਉਵੇਂ ਹੀ ਹੋਊਗਾ। ਸੋ ਹੁਣ ਇਹਦੇ ਵਿੱਚ ਤੁਹਾਡੇ ਚੈਪਟਰ ਨੇ ਜਿਹੜੇ ਕਿ 1 2 3 4 5 6 7 8 8 ਚੈਪਟਰ ਨੇ। ਇਹਦੇ ਵਿੱਚ ਤੁਸੀਂ ਜਾਂ ਤਾਂ ਪਹਿਲੇ 6 ਕਰ ਲਓ ਜਾਂ ਪਿਛਲੇ 6 ਕਰ ਲਓ ਸ਼ਾਰਟ ਕੁਐਸਚਨਾਂ ਦੇ ਲਈ। ਕਿਉਂਕਿ ਅਗਰ ਐਗਜ਼ਾਮੀਨਰ ਨੇ ਪਹਿਲੇ 5 ਦੇ ਵਿੱਚੋਂ ਪਾਇਆ, ਹਰ ਚੈਪਟਰ 'ਚੋਂ ਉਹਨੇ ਇੱਕ ਕੁਐਸਚਨ ਕੱਢਣਾ, ਕੁਐਸਚਨ ਤੁਹਾਡੇ 2 ਕੰਬਾਈਨ ਕਰਕੇ ਆਉਣਗੇ, ਹੈ ਨਾ। ਮਤਲਬ ਕਿ ਉਹਨੇ ਪਹਿਲੇ ਚੈਪਟਰ 'ਚੋਂ 2 ਕੁਐਸਚਨ ਕੰਬਾਈਨ ਕਰਕੇ ਇੱਕ ਬਣੂਗਾ। ਕੋਈ ਹੀ ਕੁਐਸਚਨ ਹੋਊਗਾ ਜਿਹੜਾ ਅਲੱਗ ਆਊਗਾ, ਬਾਕੀ ਮੋਸਟਲੀ ਜ਼ਿਆਦਾ ਕੰਬਾਈਨ ਕਰਕੇ ਆਉਣਗੇ। ਕੋਈ ਕੁਐਸਚਨ ਹੋਊਗਾ ਵੀ ਕਿ ਕੰਬਾਈਨ ਤੋਂ ਬਿਨਾਂ ਆਵੇ, ਇਕੱਲਾ ਹੀ ਪੁੱਛਿਆ ਜਾਵੇ। ਅਗਰ ਉਹਨੇ ਪਹਿਲੇ 5 ਚੋਂ ਪੁੱਛੇ ਤਾਂ ਤੁਹਾਡੇ ਕੋਲ ਯਾਦ ਕਰੇ ਵੇ ਹੋਣਗੇ ਸੈਕਿੰਡ ਚੈਪਟਰ, ਹੈ ਨਾ। ਉਹਨੇ ਪਹਿਲੇ 5 ਪਾਏ, ਮੰਨ ਲਓ ਤੁਸੀਂ ਪਿਛਲੇ ਯਾਦ ਕਰੇ ਹੋਏ ਨੇ, ਤਾਂ ਤੁਹਾਡੇ ਕੋਲ ਜਿਹੜੇ ਚੈਪਟਰ ਹੋਣਗੇ ਯਾਦ ਕਰਨ ਲਈ 3rd ਹੋਊਗਾ, 4th ਹੋਊਗਾ, ਹੈ ਨਾ, ਮਤਲਬ ਕਿ 5th ਹੋਊਗਾ, 6th ਹੋਊਗਾ, 7th ਹੋਊਗਾ, ਇਹ ਸਾਰੇ ਚੈਪਟਰ ਹੋਣਗੇ। ਸਪੋਜ਼ ਮੇਰੇ ਕਹਿਣ ਦਾ ਮਤਲਬ ਕਿ ਅਗਰ ਐਗਜ਼ਾਮੀਨਰ ਨੇ ਪਹਿਲੇ 6 ਦੇ ਵਿੱਚੋਂ ਪਾਇਆ, ਤੁਸੀਂ ਪਿਛਲੇ 6 ਕੀਤੇ ਨੇ, ਹੈ ਨਾ, ਤਾਂ ਵੀ ਤੁਹਾਡੇ ਕੋਲ 1 2 3 4 5, ਮਤਲਬ ਕਿ ਐਗਜ਼ਾਮੀਨਰ ਨੇ ਪਹਿਲੇ 6 ਚੋਂ ਪਾਤਾ, ਤੁਸੀਂ ਯਾਦ ਕੀਤੇ ਹੋਏ ਸੀ ਪਿਛਲੇ, ਤਾਂ ਤੁਹਾਡੇ ਕੋਲ ਕਿੰਨੇ ਚੈਪਟਰ ਯਾਦ ਕਰੇ ਹੋਏ ਹੋਣਗੇ? 1 2 3 4, ਹੈ ਨਾ। ਤੁਸੀਂ ਪਿਛਲੇ ਯਾਦ ਕੀਤੇ ਹੋਏ ਨੇ, ਐਗਜ਼ਾਮੀਨਰ ਨੇ ਤਾਂ ਪਹਿਲੇ 6 ਤੱਕ ਪਾਤਾ, ਤੁਹਾਡੇ ਕੋਲ ਫਿਰ ਵੀ 4 ਚੈਪਟਰ ਹੋਣਗੇ ਜਿਨ੍ਹਾਂ ਵਿੱਚੋਂ ਤੁਸੀਂ ਕੁਐਸਚਨ ਯਾਦ ਕਰੇ ਹੋਏ ਹੋਣਗੇ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹ ਨਾ ਹੋਵੇ ਤੁਸੀਂ ਸ਼ਾਰਟ ਕੁਐਸਚਨ ਦੇ ਲਈ, ਹੈ ਨਾ, ਚੈਪਟਰ ਕੋਈ 2 ਹੀ ਪ੍ਰਿਪੇਅਰ ਕਰੋ, 9 ਜਾਂ 3 ਪ੍ਰਿਪੇਅਰ ਕਰੋ, ਐਵੇਂ ਨਹੀਂ ਕਰਨਾ। ਵਧੀਆ ਮਾਰਕਸ ਲੈਣੇ ਨੇ ਅਗਰ ਤੁਸੀਂ ਤਾਂ 6 ਚੈਪਟਰ ਕਰੋਗੇ, ਚਾਹੇ ਪਹਿਲੇ 6 ਕਰੋ ਚਾਹੇ ਪਿਛਲੇ 6 ਕਰੋ, ਪਹਿਲੇ 6 ਕਰੋ ਚਾਹੇ ਪਿਛਲੇ 6 ਕਰੋ, ਡਿਪੈਂਡ ਤੁਹਾਡੇ 'ਤੇ ਆ। ਹੁਣ ਆਪਾਂ ਕੁਐਸਚਨ ਤੁਹਾਨੂੰ ਮੈਂ ਜ਼ਰੂਰ ਦੱਸੂਗੀ ਕਿਹੜੇ ਜ਼ਿਆਦਾ ਇੰਪੋਰਟੈਂਟ ਨੇ, ਕਿਹੜੇ ਸੌ ਨੇ ਇੰਪੋਰਟੈਂਟ ਨੇ, ਮਤਲਬ ਕਿ ਕਿਹੜੇ ਤੁਸੀਂ ਜਸਟ ਰੀਡਿੰਗ ਕਰਨੀ ਆ। ਸੋ ਵੀਡੀਓ ਨੂੰ ਐਂਡ ਤੱਕ ਦੇਖਣਾ, ਅਤੇ ਬਾਕੀ ਜਿਹੜੇ ਸੈਕਸ਼ਨ ਸੀ ਵਗੈਰਾ ਅਪਲੋਡ ਕੀਤੇ ਹੋਏ ਨੇ ਵਗੈਰਾ, ਉਹ ਸਾਰੇ ਵੀਡੀਓਜ਼ ਉਹਨਾਂ ਨੂੰ ਜ਼ਰੂਰ ਵਾਚ ਕਰਨਾ। ਜਿਵੇਂ ਫਸਟ ਕੁਐਸਚਨ ਹਸਨ ਵਾਲੇ ਚੈਪਟਰ, ਵਟ ਇਜ਼ ਦਾ ਨਰੇਟਰ ਪ੍ਰੋਫੈਸ਼ਨ ਕੀ ਸੀ, ਲੇਖਕ ਦਾ ਪ੍ਰੋਫੈਸ਼ਨ ਕੀ ਸੀ? ਨਰੇਟਰ ਵਾਜ਼ ਅ ਟੀਚਰ ਸੀ ਆਫ ਅ ਕੰਪਿਊਟਰ ਐਪਲੀਕੇਸ਼ਨ ਐਟ ਅ ਕਾਲਜ ਇਨ ਬੰਗਲੌਰ ਦੇ ਵਿੱਚ। ਜਿਹੜੇ ਤਾਂ ਟਿਕ ਲੱਗੀ ਹੋਏ ਇੰਪੋਰਟੈਂਟ ਨੇ ਸਾਰੇ। ਵਾਈ ਵਾਜ਼ ਹਸਨ ਨਾਟ ਨੋਟਿਸ ਬਾਈ ਦਾ ਟੀਚਰ ਇਨ ਦਾ ਕਲਾਸ, ਕਿਉਂ ਨੋਟਿਸ ਹੁੰਦਾ ਸੀ? ਬਿਕੋਜ਼ ਹਾਰਡਲੀ ਐਵਰ ਪ੍ਰੈਜੈਂਟ ਇਨ ਦਾ ਕਲਾਸ, ਕਿਉਂਕਿ ਉਹ ਪ੍ਰੈਜੈਂਟ ਕਲਾਸ 'ਚ ਮਸਾ ਹੁੰਦਾ ਸੀ। ਵਾਈ ਵਰ ਦਾ ਹਸਨ ਪੇਰੈਂਟਸ ਕਾਲ ਟੂ ਸਕੂਲ? ਬਿਕੋਜ਼ ਹੀ ਵਾਜ਼ ਐਨ ਇਰੈਗੂਲਰ ਸਟੂਡੈਂਟਸ, ਮਤਲਬ ਕਿ ਕਿਉਂ ਸਕੂਲ 'ਚ ਬੁਲਾਇਆ ਸੀ? ਕਿਉਂਕਿ ਉਹ ਮਤਲਬ ਕਿ ਰੈਗੂਲਰ ਸੀ। 3rd ਜਸਟ ਤੁਸੀਂ ਰੀਡ ਕਰਨਾ ਕਿ ਉਹ ਆਪਦੀ ਅਟੈਂਡੈਂਸ ਨੂੰ ਕਿਵੇਂ ਕੰਪਲੀਟ ਕਰਵਾਉਂਦਾ ਸੀ, ਕਿਉਂਕਿ ਕਈ ਵਾਰ ਕੁਐਸਚਨ ਆ ਜਾਂਦੇ ਹੁੰਦੇ ਨੇ ਐਵੇਂ ਦੇ ਵੀ। ਹੀ ਆਲਵੇਜ਼ ਬੈਗਡ ਹਿਜ਼ ਅਟੈਂਡੈਂਸ ਇਨ ਅ ਵੈਰੀ ਪੋਲਾਈਟ ਮੈਨਰ, ਵੈਰੀ ਪੋਲਾਈਟ ਮੈਨਰ ਦੇ ਵਿੱਚ ਜਾਂ ਪਿਟੀ ਮੈਨਰ ਦੇ ਵਿੱਚ ਤੁਸੀਂ ਲਿਖ ਸਕਦੇ ਹੋ।
रीड जरूर करना इन थर्ड भी। फिफ्थ, डूरिंग विच डेज हसन ऑफ्टन शो इन द क्लास, डूरिंग अ क्लास टेस्ट और एग्जामिनेशन, ਜਾਂ ਵੈਨ ਦਾ क्लास टेस्ट और एग्जामिनेशन। इन विच सिटी हसन गॉट हिज कंप्यूटर एजुकेशन कित्थे कीती सी, एट अ कॉलेज इन बैंगलोर, एट अ कॉलेज इन बैंगलोर। ये भी जस्ट रीड करने ने, तो जिन्हें टिक मारे वो पक्का रीड करने ने, ठीक है। मदर ने की कहा सी, शी टोल्ड हर फादर डैट ही शुड टॉक टू हसन हार्डली, भी ਉਹਦੇ फादर ਨੂੰ कि सख्ती ਨਾਲ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਹਸਨ ਦੇ ਨਾਲ। ਨੈਕਸਟ ਹੈਗਾ ਵਾਈ ਡਿਡ ਪੇਰੈਂਟਸ ਟੀਚਰ ਮੀਟਿੰਗ ਐਂਡ ਫਰੂਟਲੈਸਲੀ, ਵੈਰੀ ਵੈਰੀ ਇੰਪੋਰਟੈਂਟ। एंड क्यों हो गया सी फ्रूटलैसली, बिकॉज दे कुड नॉट डिसाइड हाउ टू करैक्ट हसन, क्योंकि ये डिसाइड नहीं कर पाए सी कि हसन किमें सुधारा जा सके। अकॉर्डिंग टू हसन हु वर नर्ड्स कौन ने, अकॉर्डिंग टू हसन हार्ड वर्कर्स है ਜਿਹੜੇ कि नर्ड्स ने। डिस्क्राइब द फिजिकल अपीयरेंस दसनी आ। हसन जो टीचर ਨੂੰ मिलिया, हसन वॉज अ मैन ऑफ 35 ईयर्स ਦਾ ਸੀ, फैट ਸੀ, ਵੈਲਡ ਹੈਡ ਐਂਡ ਨੋਟ ਅ ਸਮਾਰਟਲੀ ਡਰੈਸ, ਅਤੇ ਉਹਦੀ ਡਰੈਸ ਸਮਾਰਟਲੀ ਨਹੀਂ ਸੀ। ਮੈਂ ਤੇਜ਼ ਜ਼ਰੂਰ ਬੋਲ ਰਹੀ ਹਾਂ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ, ਸੋ ਉਹਨੂੰ ਅਪਲੋਡ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਫਿਰ। ਹਾਊ ਡਿਡ ਹਸਨ ਸਟੱਡੀ ਵੈਨ ਹੀ ਵੋਜ਼ ਇਨ ਹਿਜ਼ ਕਾਲਜ, ਤਾਂ ਕਿਵੇਂ ਕਰਦਾ ਸੀ, ਓਨਲੀ ਇੰਪੋਰਟੈਂਟ ਕੁਐਸਚਨ ਪ੍ਰਪੇਅਰ ਕਰਦਾ ਸੀ। ਵਾਈ ਡਿਡ ਹਸਨ ਸਟਾਰਟ ਲਿਵਿੰਗ ਸੈਪਰੇਟਲੀ, ਇਹਨਾਂ ਦੇ ਵਿੱਚੋਂ ਜਿਹੜੇ ਆ ਨੇ ਸਾਰੇ ਕੁਐਸਚਨ ਸ਼ਾਰਟ ਦੇ ਵਿੱਚ ਜਾਣਗੇ, ਤਾਂ ਇੰਪੋਰਟੈਂਟ ਹੈ ਹੀ ਆ ਸ਼ਾਰਟ ਦੇ ਵਿੱਚ ਜਾਣਗੇ ਇਹ ਕੁਐਸਚਨ। ਤਾਂ ਉਹਦੇ ਫਾਦਰ ਨੇ ਉਹਨੂੰ ਕਿਹਾ ਸੀ ਅਲੱਗ ਰਹਿਣ ਲਈ, बिकॉज ऑफ हीज क्रोइलसम नेचर, तुसीं बिकॉज तो भी याद कर सकते हो, कला बिकॉज तो, जिथे जिथे बिकॉज उत्थों याद कर लेना, क्योंकि झगड़ालू सुभाव का सी। अगर यह आ जाए कि एरोगोनेंट नेचर सी या नहीं, तो यदा फॉल्स आऊगा, नहीं सी, ठीक है। एवें दा वो बच्चा नहीं सी, एरोगोनेंट नहीं सी, वो नहीं सी, बार बार बोल रहे नहीं सी। वट मेड द हसन फील ऑप्टीमिस्टिक एज ही लैफ्ट द नरेटर ऑफिस, जो ऑफिस उन्हें छड्डिया तो उन्होंने किवें आशावादी महसूस किया। ही फैल्ट ऑप्टीमिस्टिक एज द नरेटर टोल्ड हिम डैट ही कुड चेंज हीज हैबिट्स, क्योंकि नरेटर ने कहा कि तू अपनी हैबिट्स में चेंज कर सकदा, कुछ भी कोई चीज़ जिंदगी दे विच एवें दी है नहीं कि वो पॉसीबल ना हो सके। सो जिहड़े बैड हैबिट्स ने वो भी चेंज हो सकदियां ने अगर विल पावर स्ट्रोंग होवे ते कॉन्फिडेंस होवे। ऑप्टीमिस्टिक होंदा आशावादी। अगे सैकेंड चैप्टर आ मार्च किंग, वेरी वेरी इंपॉर्टेंट है चैप्टर के क्वेश्चन। वट डिड फिलिप वॉन्ट टू बिकम वैन ही वॉज अ चाइल्ड, ਤਾਂ ਕੀ ਬਣਨਾ ਚਾਹੁੰਦਾ ਸੀ, ਹੀ ਵਾਂਟਡ ਟੂ ਬਿਕਮ ਅ ਮਿਊਜ਼ੀਸ਼ੀਅਨ ਐਜ਼ ਅ ਚਾਈਲਡ, ਜਦੋਂ ਬੱਚਾ ਸੀ ਚਾਈਲਡ ਸੀ ਤਾਂ ਹੁਣ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਸੀ। 7 ਸਾਲਾਂ ਦੀ ਏਜ ਦੇ ਵਿੱਚ ਉਹਨੇ ਸਕੂਲ ਜੁਆਇਨ ਕੀਤਾ ਸੀ ਮਿਊਜ਼ੀਸ਼ੀਅਨ ਵਾਲਾ। ਵਾਈ ਡਿਡ ਫਿਲਿਪ ਲਰਨ ਵਾਇਲਨ ਕੁਇਕਲੀ, ਕਿਉਂ ਸਿੱਖ ਗਿਆ ਸੀ, ਕਿਉਂਕਿ ਹੀ ਵਾਜ਼ ਟੈਲੈਂਟਡ ਸੀ ਉਹ, ਐਂਡ ਹੀ ਆਲਵੇਜ਼ ਇਜ਼ ਟੂ ਲਰਨ, ਕਿਉਂਕਿ ਉਹ ਸਿੱਖਣ ਲਈ ਚਾਹਵਾਨ ਸੀ। ਵਾਈ ਡਿਡ ਫਿਲਿਪ ਗੈਟ ਇਨ ਟੂ ਟਰਬਲ ਔਨ ਦ ਕੰਸਰਟ, ਸ਼ੋਅ ਵਾਲੇ ਦਿਨ ਉਹ ਕਿਉਂ ਸਮੱਸਿਆ ਦੇ ਵਿੱਚ ਫਸ ਗਿਆ ਸੀ, ਟਰਬਲ ਦੇ ਵਿੱਚ। ਹੀ ਗੋਟ ਇਨ ਟੂ ਟਰਬਲ ਬਿਕੋਜ਼ ਹੀ ਹੈਡ ਟੂ ਵੇਅਰ ਅ ਲਾਰਜ ਸ਼ਰਟ, ਕਿਉਂਕਿ ਉਹਨੇ ਲੰਬੀ ਸ਼ਰਟ ਪਹਿਨ ਲਈ ਸੀ ਫੋਰ ਹਿਜ਼ ਪਰਫੋਰਮੈਂਸ ਦੇ ਲਈ। ਐਂਡ ਇਟ ਫੈਲ ਅਵੇ, ਅਤੇ ਉਹ ਡਿੱਗੀ ਸੀ ਕਿਉਂਕਿ ਉਹਨੇ ਉਹ ਸ਼ਰਟ ਆਪਣੇ ਟੀਚਰ ਦੀ ਪਹਿਨੀ ਸੀ ਅਤੇ ਉਹਦੀ ਸ਼ਰਟ ਤਾਂ ਗੰਦੀ ਹੋ ਗਈ ਸੀ। ਹਾਊ ਡਿਡ ਫਿਲਿਪ ਮੈਨੇਜ ਟੂ ਗੈਟ ਅ ਕਲੀਨ ਸ਼ਰਟ, ਇਹ ਚਾਰੋਂ ਕੁਐਸਚਨ ਪੰਜੋ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਨੇ। ਫਿਲਿਪ ਗੋਟ ਇਟ, ਉਹਨੇ ਆਪਣੇ ਟੀਚਰ ਤੋਂ ਲਈ ਫਰੋਮ ਹਿਜ਼ ਮਿਊਜ਼ਿਕ ਟੀਚਰਸ ਵਾਈਫ ਮਿਸਿਜ਼ ਸਪੋਟਾ ਤੋਂ, ਅਤੇ ਉਹਦੇ ਮਿਊਜ਼ਿਕ ਟੀਚਰ ਦਾ ਨਾਮ ਸੀ ਮਿਸਟਰ ਸਪੋਟਾ, ਅਤੇ ਉਹਦੀ ਵਾਈਫ ਮਿਸਿਜ਼ ਸਪੋਟਾ ਤੋਂ ਲਈ ਸੀ। ਸ਼ੀ ਫਿਟਡ ਦਾ ਸ਼ਰਟ ਔਨ ਹਿਜ਼ ਬੋਡੀ ਵਿਦ ਪਿੰਸ, ਅਤੇ ਪਿੰਨ ਦੇ ਨਾਲ ਉਹਨੇ ਉੱਥੇ ਸ਼ਰਟ ਫਿੱਟ ਕਰਤੀ ਸੀ। ਵਟ ਮੇਡ ਦਾ ਕੰਸਰਟ ਆਫ ਫਲॉप ਸ਼ੋ ਕਿਵੇਂ ਫਲॉप ਹੋ ਗਿਆ ਸੀ, ਫਿਲਿਪਸ ਲਾਰਜ ਸ਼ਰਟ ਫੈਲ ਅਵੇ, ਉਹਦੀ ਜਿਹੜੀ ਲੰਬੀ ਸ਼ਰਟ ਸੀ ਉਹ ਪਿੰਨ ਲਾ ਕੇ ਪਹਿਨਾਈ ਹੋਈ ਸੀ ਉਹ ਡਿੱਗੀ ਸੀ। ਐਂਡ ਦਾ ਪਬਲਿਕ ਨੂੰ ਆਡੀਅੰਸ ਵੀ ਲਿਖ ਸਕਦੇ ਹੋ, ਵੀ ਗੇਨ ਟੂ ਲਾਫ, ਤੇ ਪਬਲਿਕ ਹੱਸਣ ਲੱਗੀ। ਫਿਲਿਪ ਫੋਰਗਟ ਵਟ ਹੀ ਵਾਜ਼ ਪਲੇਇੰਗ, ਹੀ ਰਸ਼ਡ ਆਊਟ ਆਫ ਦਾ ਸਟੇਜ, ਫਿਲਿਪ ਭੁੱਲ ਗਿਆ ਕਿ ਉਹਨੇ ਹੁਣ ਕੀ ਕਰਨਾ ਅਤੇ ਉਹ ਸਟੇਜ ਤੋਂ ਦੌੜ ਗਿਆ। ਇਹ ਜਿਹੜਾ ਪੈਨਸਲ ਨਾਲ ਲਿਖਿਆ ਹੋਇਆ ਇਹਨੂੰ ਅਗਰ ਤੁਸੀਂ ਕਰ ਸਕਦੇ ਤਾਂ ਯਾਦ ਕਰ ਲਓ, ਨਹੀਂ ਨਾ ਸੀ। ਅਗਲਾ ਹੈ ਵਟ ਡਿਡ ਫਿਲਿਪ ਟੇਕ ਆਫਟਰ ਹੀਜ਼ ਫੇਲੀਅਰ ਔਨ ਦਾ ਕੰਸਰਟ ਸਟੇਜ ਸ਼ੋਅ, ਜਦੋਂ ਫਿਲਿਪ ਫਲॉप ਹੋ ਗਏ ਸੀ ਫਿਰ ਉਹਨੇ ਕੀ ਸੋਚਿਆ ਸੀ, ਸਟਾਰਟ ਵਰਕਿੰਗ ਇਨ ਅ ਬੇਕਰੀ ਦੇ ਵਿੱਚ ਕੰਮ ਕਰਨਾ। ਵਾਈ ਕੁਡ ਨਾਟ ਫਿਲਿਪ ਵਰਕ ਐਟ ਅ ਬੇਕਰੀ ਦੇ ਵਿੱਚ ਕੰਮ ਕਿਉਂ ਨਹੀਂ ਕਰ ਸਕਿਆ, ਬਿਕੋਜ਼ ਹੀ ਪ੍ਰੈਫਰਡ ਡੈਥ ਟੂ ਡੂਇੰਗ ਟਰਾਈੰਗ ਵਰਕ ਐਟ ਦਾ ਬੇਕਰੀ, ਕਿਉਂਕਿ ਉਹ ਪ੍ਰੈਫਰ ਕਰਦਾ ਸੀ ਕਿ ਇਹਦੇ ਨਾਲ ਤਾਂ ਮੌਤ ਹੀ ਹੋ ਜੇ ਜੇ ਬੇਕਰੀ ਦੇ ਵਿੱਚ ਇੰਨਾ ਥਕਾਵਟ ਵਾਲਾ ਕੰਮ ਕਰਨਾ, ਕਿਉਂਕਿ ਉਹਨੂੰ ਲੱਗਦਾ ਸੀ ਮੌਤ ਦੇ ਨਾਲ ਕੰਪੇਅਰ ਕਰ ਰਹੇ ਸੀ ਉੱਥੇ ਬੇਕਰੀ ਦੇ ਵਿੱਚ ਥਕਾਵਟ ਵਾਲਾ ਕੰਮ ਕਰਨਾ, ਟਰਾਈਂਗ ਵਰਕ। ਵਾਈ ਡਿਡ ਫਿਲਿਪ ਫਾਦਰ ਟੇਕ ਹਿਮ ਟੂ ਫੋਰ ਅ ਵਾਕ, ਇੰਨਾ ਨਹੀਂ ਹੈ, ਜਸਟ ਤੁਸੀਂ ਰੀਡ ਕਰਨਾ, ਟੂ ਸਟੱਡੀ ਇਨ ਦਾ ਮੈਰੀਨਾ ਬੈਂਡ ਦੇ ਵਿੱਚ। ਅੱਗੇ ਹਾਊ ਵਾਜ਼ ਫਿਲਿਪ ਲੂਰਿਡ ਟੂ ਅ ਵਰਕ ਇਨ ਅ ਸਰਕਸ ਦੇ ਵਿੱਚ ਕੌਣ ਉਹਨੂੰ ਲੈ ਕੇ ਗਿਆ ਸੀ, ਇਹਨੂੰ ਵੀ ਜਸਟ ਰੀਡ ਕਰਨਾ। ਦ ਲੀਡਰ ਆਫ ਅ ਬੈਂਡ ਇਨ ਅ ਸਰਕਸ ਟੋਲਡ ਫਿਲਿਪ ਟੂ ਵਰਕ ਇਨ ਦਾ ਟਰੈਵਲਿੰਗ ਸਰਕਸ, ਵੀ ਟਰੈਵਲਿੰਗ ਸਰਕਸ ਦੇ ਵਿੱਚ ਉਹ ਕੰਮ ਕਰੇ। ਐਜ਼ ਹੀ ਕੁਡ ਪਲੇ ਔਨ ਦਾ ਵਾਇਲਨ ਵੈਰੀ ਵੈਲ, ਅਤੇ ਉਹ ਜਿਹੜੇ ਕਿ ਉਹ ਵਾਇਲਨ ਵਧੀਆ ਵਜਾ ਸਕਦਾ। ਐਂਡ ਹੈਵ ਅ ਵੈਰੀ ਗੁੱਡ ਲਾਈਫ, ਅਤੇ ਉਹਦੀ ਲਾਈਫ ਜਿਹੜੀ ਕਿ ਵਧੀਆ ਬਣ ਜੂਗੀ। ਹਾਊ ਵਾਜ਼ ਫਿਲਿਪ ਸਕਸੈਸਫੁਲ ਐਜ਼ ਦਾ ਲੀਡਰ ਆਫ ਦਾ ਮੈਰੀਨਾ ਬੈਂਡ, ਕਿਵੇਂ ਬਣਿਆ ਉਹਦਾ ਸਕਸੈਸਫੁਲ ਲੀਡਰ ਹੈ, ਵੈਰੀ ਵੈਰੀ ਇੰਪੋਰਟੈਂਟ ਇਹ।
ਐਜ਼ ਦ ਲੀਡਰ ਆਫ ਦ ਮੈਰੀਨਾ ਬੈਂਡ ਹੀ ਬਿਕਮ ਨੋਨ ਐਜ਼ ਦ ਮਾਰਚ ਕਿੰਗ। ਤਾਂ ਉਹ ਕਿਵੇਂ ਜਾਣਿਆ ਜਾਣ ਲੱਗਿਆ, ਮਾਰਚ ਕਿੰਗ ਦੀ ਤਰ੍ਹਾਂ। ਐਂਡ ਮਾਰਚ ਕਿੰਗ ਦੇ ਤੌਰ 'ਤੇ ਜਾਣਿਆ ਜਾਣ ਲੱਗਿਆ। ਹੀ ਕੰਪੋਜ਼ਡ ਅ ਫੇਮਸ ਵਸਟਿੰਗਨ ਪੋਸਟ। ਅਤੇ ਇਹ ਵਸਟਿੰਗਨ ਪੋਸਟ ਕੀ ਸੀ? ਨਿਊਜ਼ਪੇਪਰ ਸੀ ਇਹ, ਠੀਕ ਹੈ, ਇਹ ਯਾਦ ਰੱਖਣਾ, ਇਹ ਵੀ ਨਿਊਜ਼ਪੇਪਰ ਸੀ ਇਹ। ਅਤੇ ਉਹਦੇ ਵਿੱਚ ਉਹਨੇ ਹੰਡਰਡਸ ਮੋਰ ਦੈਨ ਮਾਰਚਸ ਜਿਹੜੇ ਕਿ ਕੰਪੋਜ਼ਡ ਕੀਤੇ ਸੀ। ਥਰਡ ਚੈਪਟਰ, ਵਟ ਵਾਜ਼ ਦਾ ਪ੍ਰਪੋਜ਼ਲ ਗਿਵਨ ਟੂ ਦਾ ਪੂਅਰ ਫਾਰਮਰ ਬਾਏ ਦਾ ਮਨੀ ਲੈਂਡਰ। ਕੀ ਦਿੱਤਾ ਗਿਆ ਸੀ? ਮਨੀ ਲੈਂਡਰ ਸੀ ਕਨਿੰਗ ਮੈਨ। ਅਤੇ ਇਹਨੇ ਕੀ ਪ੍ਰਪੋਜ਼ਲ ਦਿੱਤਾ ਸੀ? ਵਾਜ਼ ਡੈਟ ਹੀ ਵੁੱਡ ਰਾਈਟ ਆਫ ਦਾ ਫਾਰਮਰਸ ਡੈਬਟ ਇਫ ਹੀ ਕੁਡ ਮੈਰੀ ਹਿਜ਼ ਡਾਟਰ। ਉਹਨੇ ਕਿਹਾ ਸੀ ਕਿ ਫਾਰਮਰ ਦਾ ਜਿਹੜਾ ਕਿਸਾਨ ਦਾ ਕਰਜ਼ ਉਹਨੂੰ ਲਕੀਰ ਮਾਰ ਦੂਗਾ ਅਗਰ ਉਹਦੇ ਆਪਣੀ ਬੇਟੀ ਦੀ ਮੈਰਿਜ ਉਹਦੇ ਨਾਲ ਕਰਤੀ। ਕੁਐਸਚਨ ਇਹ ਇੰਪੋਰਟੈਂਟ ਨੇ ਜਿਨ੍ਹਾਂ 'ਤੇ ਮਾਰਕ ਕੀਤਾ ਹੋਇਆ, ਇੰਪੋਰਟੈਂਟ ਲਿਖਿਆ ਹੋਇਆ। ਵਟ ਵੁੱਡ ਹੈਵ ਹੈਪਨਡ, ਕੀ ਵਾਪਰਦਾ ਜੇ ਉਹ ਬਲੈਕ ਪੇਬਲ ਚੱਕ ਲੈਂਦੀ? ਸ਼ੀ ਵੁੱਡ ਹੈਵ ਬਿਕਮ ਦਾ ਮਨੀ ਲੈਂਡਰਸ ਵਾਈਫ, ਉਹਦੀ ਵਾਈਫ ਬਣ ਜਾਣਾ ਸੀ। ਐਂਡ ਹਰ ਫਾਦਰਸ ਡੈਬਟ ਵੁੱਡ ਹੈਵ ਬੀਨ ਰਿਟਨ ਆਫ, ਅਤੇ ਉਹਦੇ ਫਾਦਰ ਦਾ ਜਿਹੜਾ ਕਰਜ਼ਾ ਸੀ ਉਹ ਵੀ ਖਤਮ ਹੋ ਜਾਣਾ ਸੀ। ਇਹਦੇ 5 ਕੁਐਸਚਨ ਵੈਰੀ ਵੈਰੀ ਇੰਪੋਰਟੈਂਟ। ਫਸਟ, ਵਟ ਟ੍ਰਿਕ ਡਿਡ ਦਾ ਮਨੀ ਲੈਂਡਰ ਕਨਿੰਗਲੀ ਪਲੇ ਟੂ ਵਿਨ ਦਾ ਗੇਮ। ਕੀ ਉਹਨੇ ਗੇਮ ਕੀਤੀ ਸੀ? ਦ ਮਨੀ ਲੈਂਡਰ ਪਿਕਡ ਦਾ ਬਲੈਕ ਪੇਬਲ ਫਰੋਮ ਦਾ ਪੇਬਲ ਕਵਰਡ ਪੈਥ ਐਂਡ ਪੁੱਟ ਦੈਮ ਇਨਟੂ ਦਾ ਬੈਗ। ਤਾਂ ਉਹਨੇ ਕਾਲੇ ਪੱਥਰ ਦੇ ਜਿਹੜੇ ਕਿ ਢਕੇ ਹੋਏ ਸੀ ਪੈਬਲ ਕਵਰਡ, ਉਹਦੇ 'ਚੋਂ ਚੱਕ ਕੇ ਦੋਨੋਂ ਹੀ ਕਾਲੇ ਪੱਥਰ ਜਿਹੜੇ ਕਿ ਝੋਲੇ ਦੇ ਵਿੱਚ ਪਾਤੇ ਸੀ, ਕਿਉਂਕਿ ਉਹਨੂੰ ਐਂ ਸੀ ਵੀ ਜਿਹੜਾ ਵੀ ਉਹ ਚੱਕੂਗੀ ਤਾਂ ਕਾਲੇ, ਦੋਨੇ ਕਾਲੇ ਨਾ ਕਰੋ, ਕਾਲੇ ਹੀ ਚੱਕੂਗੀ ਤਾਂ ਉਹਦੇ ਨਾਲ ਉਹਦੀ ਜਦੋਂ ਮੈਰਿਜ ਹੋ ਜੂਗੀ। ਬਟ ਲੜਕੀ ਨੇ ਚਲਾਕੀ ਦੇ ਨਾਲ ਕੀ ਕੀਤਾ, ਉਹਨੇ ਜਿਹੜਾ ਕਾਲਾ ਪੱਥਰ ਸੀ ਉਹ ਨੀਚੇ ਸੁੱਟਤਾ ਸੀ, ਅਤੇ ਉਹਦੇ ਵਿੱਚ ਹੀ ਇੱਕ ਕਾਲਾ ਬਚ ਗਿਆ ਸੀ, ਤਾਂ ਉਹਦੀ ਵਾਈਫ ਉਹ ਨਹੀਂ ਬਣੀ ਸੀ। ਅੱਗੇ, ਹਾਊ ਡਿਡ ਦਾ ਗਰਲ ਇੰਟੈਲੀਜੈਂਟਲੀ ਵਿਨ? ਦ ਗਰਲ ਲੈਫਟ ਅ ਬਲੈਕ ਪੇਬਲ ਇਨ ਦਾ ਬੈਗ। ਲੜਕੀ ਨੇ ਜਿਹੜੀ ਕਿ ਉੱਥੇ ਬਲੈਕ ਪੱਥਰ ਦਾ ਵਿੱਚੇ ਛੱਡਤਾ। ਐਂਡ ਚੇਂਜ ਦ ਇੰਪੋਸੀਬਲ ਸਿਚੁਏਸ਼ਨ ਇਨਟੂ ਪੋਸੀਬਲ ਸਿਚੁਏਸ਼ਨ, ਅਤੇ ਇੰਪੋਸੀਬਲ ਸਿਚੁਏਸ਼ਨ ਨੂੰ ਅਸੰਭਵ ਸਿਚੁਏਸ਼ਨ ਉਹਨੇ ਸੰਭਵ ਦੇ ਵਿੱਚ ਬਦਲਤਾ। ਵਟ ਡੂ ਯੂ ਅੰਡਰਸਟੈਂਡ ਬਾਏ ਦਾ ਟਰਮ ਲੈਟਰਲ ਥਿੰਕਿੰਗ? ਤਾਂ ਲੈਟਰਲ ਥਿੰਕਿੰਗ ਇਜ਼ ਅ ਕ੍ਰੀਏਟਿਵ ਥਿੰਕਿੰਗ, ਕ੍ਰੀਏਟਿਵ ਹੈ ਇਹ। ਇਟ ਇਜ਼ ਐਨ ਥਿੰਕਿੰਗ ਡਿਫਰੈਂਟਲੀ ਔਰ ਡੂਇੰਗ ਸਮਥਿੰਗ ਡਿਫਰੈਂਟਲੀ ਜਾਂ ਨਿਊ, ਇਹਨੂੰ ਨਿਊ ਵੀ ਲਿਖ ਸਕਦੇ ਹੋ, ਠੀਕ ਹੈ। ਇਟ ਇਜ਼ ਐਨ ਆਰਟ, ਇਹ ਇੱਕ ਕਲਾ। ਅੱਗੇ, ਵਟ ਵਾਜ਼ ਐਡਵਰਡ ਡੇ ਬੋਨੋ ਨੋਸ਼ਨ ਅਬਾਊਟ ਲੈਟਰਲ ਥਿੰਕਿੰਗ ਬਾਰੇ ਕੀ ਕਿਹਾ ਇਹਨਾਂ ਨੇ? ਲੈਟਰਲ ਥਿੰਕਿੰਗ ਇਜ਼ ਅ ਸਕਿੱਲ ਹੈ ਇਹ ਕਲਾ, ਵਿਚ ਹੈਲਪ ਅਸ ਟੂ ਯੂਜ਼ ਅਵਰ ਇੰਟੈਲੀਜੈਂਸ, ਜਿਹੜੇ ਸਾਨੂੰ ਇੰਟੈਲੀਜੈਂਟਲੀ ਯੂਜ਼ ਕਰਨ ਦੇ ਵਿੱਚ ਮਦਦ ਕਰਦੇ, ਵੀ ਕਿਵੇਂ ਆਪਾਂ ਨੇ ਵਰਤਣੀ ਆਪਣੀ ਜਿਹੜੀ ਇੰਟੈਲੀਜੈਂਸੀ ਆ ਐਪਰੋਪ੍ਰੀਏਟਲੀ। ਅੱਗੇ, ਇਹ The loan officer was amazed to know that the Thomas borrowed a loan of $5,000 ਦਾ ਜਦੋਂ ਲੋਨ ਲਿਆ ਤਾਂ ਹੈਰਾਨ ਹੋ ਗਏ ਸੀ। ਅਮੇਜ਼ਡ ਹੁੰਦਾ, ਹੈਰਾਨ ਹੋਣਾ। ਬਿਕੋਜ਼ ਥੋਮਸ ਵਾਜ਼ ਵਨ ਆਫ ਦਾ ਵੈਲਥੀਐਸਟ ਨੂੰ ਰਿਚੈਸਟ ਮੈਨ ਇਨ ਦਾ ਅਮਰੀਕਾ ਦੇ ਵਿੱਚੋਂ ਸਭ ਤੋਂ ਜ਼ਿਆਦਾ ਅਮੀਰ ਸੀ। ਵਾਈ ਡਿਡ ਦਾ ਮਿਲਰ ਨਾਟ ਰਿਵਲ ਦਾ ਫੈਕਟ ਆਫ ਹਿਜ਼ ਐਫਲੂਐਂਸ ਟੂ ਦਾ ਬੈਂਕ ਆਫ ਦਾ ਆਫੀਸ਼ੀਅਲ। ਉਹਨਾਂ ਨੂੰ ਆਪਣੀ ਜਿਹੜੀ ਕਿ ਅਸਲੀਅਤ ਕਿਉਂ ਦੱਸਣਾ ਚਾਹੁੰਦਾ ਸੀ? ਬਿਕੋਜ਼ ਹੀ ਓਨਲੀ ਵਾਂਟਡ ਟੂ ਅ ਸੇਫ ਪਾਰਕਿੰਗ ਪਲੇਸ, ਕਿਉਂਕਿ ਆਪਣੀ ਕਾਰ ਦੇ ਲਈ ਸਿਰਫ ਜਗ੍ਹਾ ਲੱਭਦਾ ਸੀ ਸੇਫ। ਫੋਰ ਇਜ਼ ਨਿਊ ਫਰਾਰੀ ਕਾਰ ਇਨ ਨਿਊਯਾਰਕ ਦੇ ਵਿੱਚ ਫੈਰਾਰੀ ਉਹਦੀ ਕਾਰ ਦਾ ਨਾਮ ਸੀ। 9th ਇਹਦੇ ਵਿੱਚ ਵੈਰੀ ਇੰਪੋਰਟੈਂਟ ਆ। ਵਟ ਵਾਜ਼ ਦਾ ਮਿਲੀਅਨਰਸ ਟ੍ਰਿਕ ਬੋਰਿੰਗ ਇਨ ਦਾ ਲੋਨ? ਟ੍ਰਿਕ ਇਨ ਦਾ ਬੋਰਿੰਗ ਦਾ ਲੋਨ, ਟ੍ਰਿਕ ਕੀ ਅਪਣਾਈ ਸੀ? ਦ ਮਿਲੀਅਨਰਸ ਬੋਰਡ ਦਾ ਲੋਨ ਐਜ਼ ਹੀ ਵਾਂਟਡ ਟੂ ਪਾਰਕ ਹਿਜ਼ ਫੈਰਾਰੀ ਕਾਰ ਸੇਫ ਫੋਰ 2 weeks, ਕਿਉਂਕਿ ਉਹਨੇ 2 ਹਫ਼ਤੇ ਲਈ ਆਪਣੀ ਕਾਰ ਨੂੰ ਉੱਥੇ ਸੇਫ ਰੱਖਣਾ ਸੀ, ਜਿਸ ਕਰਕੇ ਉਹਨੇ ਜਿਹੜੀ ਕਿ ਲੈਟਰਲ ਥਿੰਕਿੰਗ ਯੂਜ਼ ਕੀਤੀ ਸੀ। ਅਤੇ ਇੱਕ ਡੇ ਨਾਈਟ ਮੈਚ ਆ ਜਿਹੜੇ ਕਿ ਇੰਟਰੋਡਿਊਸ ਕੀਤੇ ਸੀ ਕੈਰੀ ਪੈਕਰ ਨੇ। ਅਤੇ ਆਹ ਤੁਸੀਂ ਯਾਦ ਕਰ ਸਕਦੇ ਹੋ, ਕੈਰੀ ਪੈਕਰ ਨੇ ਕ੍ਰਿਕਟ ਦੇ ਵਿੱਚ ਇੰਟਰੋਡਿਊਸ ਕੀਤੇ ਸੀ ਡੇ ਨਾਈਟ ਮੈਚ ਅਤੇ ਕਲਰਫੁਲ ਬਾਲਸ, ਠੀਕ ਹੈ। ਤੁਸੀਂ ਰੀਡ ਕਰਨਾ, ਇਹਨੂੰ ਜਸਟ ਰੀਡ ਕਰਨਾ। ਅਤੇ ਨਾਓ ਡੇਜ਼ ਕਿਹੜੇ ਮੈਚ ਨੇ? T20 ਮੈਚ ਬਿਕਮ ਵੈਰੀ ਪਪੂਲਰ, ਅੱਗੇ ਹੈ ਔਨ ਸੇਇੰਗ ਪਲੀਜ਼ ਦੇ ਵਿੱਚੋਂ। ਵਾਈ ਵਾਜ਼ ਦਾ ਪੈਸੇਂਜਰ ਹੋਲਡ ਆਊਟ ਆਫ ਦਾ ਲਿਫਟ, ਕਿਉਂ ਬਾਹਰ ਸਿੱਟਿਆ ਸੀ? ਤਾਂ ਤੁਸੀਂ ਇਹ ਪੈਨਸਲ ਵਾਲਾ ਲਿਖਿਆ ਹੋਇਆ ਯਾਦ ਕਰਨਾ ਇਹਦੇ ਨਾਲੋਂ, ਪੈਨਸਲ ਵਾਲਾ। ਦਾ ਪੈਸੇਂਜਰ ਵਾਜ਼ ਹੋਲਡ ਆਊਟ ਆਫ ਦਾ ਲਿਫਟ, ਵਾਈ ਦਾ ਲਿਫਟ ਮੈਨ ਫੋਰ ਨਾਟ ਸੇਇੰਗ ਪਲੀਜ਼। ਆਨਸਰ ਆ ਫੋਰ ਨਾਟ ਸੇਇੰਗ ਪਲੀਜ਼, ਕਿਉਂਕਿ ਉਹਨੇ ਪਲੀਜ਼ ਨਹੀਂ ਕਿਹਾ ਸੀ। ਫੋਰ ਨਾਟ ਸੇਇੰਗ ਪਲੀਜ਼ ਇੱਥੋਂ ਯਾਦ ਕਰਨਾ ਇਹ। ਇਕੁਇਲਿਬ੍ਰਿਅਮ ਹੁੰਦਾ ਕਿ ਸੰਤੁਲਨ ਬਣਾਉਣਾ, ਰੀਸਟੋਰ ਕਰਦਾ ਸੀ ਆਪਣੇ ਉਹਦਾ ਗੁੱਸੇ ਦਾ। ਦਾ ਲਿਫਟ ਮੈਨ ਕੁਡ ਰੀਸਟੋਰ ਹਿਜ਼ ਇਕੁਇਲਿਬ੍ਰਿਅਮ ਬਾਈ ਇਲ ਟ੍ਰੀਟਿੰਗ ਹਿਜ਼ ਵਾਈਫ, ਆਪਣੀ ਵਾਈਫ ਨੂੰ ਤੇ ਕਰਕੇ ਗੁੱਸਾ। ਐਟ ਹੋਮ ਇਨ ਈਵਨਿੰਗ, ਠੀਕ ਹੈ, ਇਹ ਵੀ ਇੰਪੋਰਟੈਂਟ ਆ। ਥਰਡ ਕੁਛ ਖਾਸ ਨਹੀਂ, ਤੁਸੀਂ ਜਸਟ ਰੀਡ ਕਰ ਲੈਣਾ। 4th ਇੰਪੋਰਟੈਂਟ ਆ। ਫਸਟ ਰਿਕੁਆਇਰਮੈਂਟ ਕੀ ਆ? ਫਸਟ ਰਿਕੁਆਇਰਮੈਂਟ ਆਫ ਦਾ ਸਿਵਿਲਿਟੀ ਇਜ਼ ਡੈਟ ਵੀ ਸ਼ੁੱਡ ਅਕਨੋਲੇਜ ਦਾ ਸਰਵਿਸ, ਕੀ ਸਾਨੂੰ ਫਸਟ ਰਿਕੁਆਇਰਮੈਂਟ ਕੀ ਆ ਆਫ ਸਿਵਿਲਿਟੀ ਇਜ਼ ਡੈਟ ਵੀ ਸ਼ੁੱਡ ਅਕਨੋਲੇਜ ਦਾ ਸਰਵਿਸ। ਅਕਨੋਲੇਜ ਨੂੰ ਤੁਸੀਂ ਥੈਂਕਫੁਲ ਸਰਵਿਸ ਵੀ ਲਿਖ ਸਕਦੇ ਹੋ। ਥੈਂਕਫੁਲ ਹੈ ਕਿ ਸਾਨੂੰ ਜੋ ਸਰਵਿਸ ਮਿਲੀ ਉਹਦੇ ਲਈ ਧੰਨਵਾਦ ਕਰਨਾ ਚਾਹੀਦਾ, ਉਹਦੇ ਲਈ ਅਹਿਸਾਨਮੰਦ ਹੋਣਾ ਚਾਹੀਦਾ। ਵਟ ਲਿਟਲ ਕਰਟੀਅਸ ਕੀ ਨੇ? ਵਰਡਸ ਪਲੀਜ਼ ਐਂਡ ਥੈਂਕ ਯੂ ਆਰ ਦਾ ਲਿਟਲ ਕਰਟੀਅਸ ਨੇ। ਦੀਜ਼ ਵਰਡਸ ਆਇਲ ਦਾ ਮਸ਼ੀਨ ਆਫ ਲਾਈਫ ਹੈ, ਸਾਡੀ ਜ਼ਿੰਦਗੀ ਦੀ ਜਿਹੜੀ ਮਸ਼ੀਨ ਆ ਉਹਦਾ ਆਇਲ ਨੇ।
ਤੇ 6th ਜਸਟ ਤੁਸੀਂ ਜ਼ਰੂਰ ਇੱਕ ਵਾਰ ਰੀਡ ਕਰ ਲੈਣਾ ਕਿ ਲੇਖਕ ਕੀ ਸੋਚਦਾ ਸੀ, ਕੰਡਕਟਰ ਇਨ ਦਾ ਬੱਸ ਜਨਰਲੀ ਅਬਾਊਟ ਪੈਸੇਂਜਰ ਕੀ ਸੋਚਦਾ ਸੀ। ਹੀ ਥੋਟ ਦਾ ਪੈਸੇਂਜਰ ਆਰ ਹਿਜ਼ ਨੈਚੁਰਲ ਐਨਮੀਜ਼, ਕੀ ਉਹਨਾਂ ਦੇ ਪੈਸੇਂਜਰਸ ਦੇ ਨੈਚੁਰਲ ਐਨਮੀਜ਼ ਹੁੰਦੇ ਨੇ ਇਹ, ਤੇ ਦੁਸ਼ਮਣ ਹੁੰਦੇ ਨੇ। ਹੂਜ਼ ਪਰਪਜ਼ ਇਨ ਦਾ ਬੱਸ ਟੂ ਚੀਟ ਹਿਮ, ਸਿਰਫ ਉਹਨਾਂ ਦਾ ਮਕਸਦ ਧੋਖਾ ਦੇਣਾ ਹੁੰਦਾ ਹੈ। ਅੱਗੇ ਵਾਈ ਵਾਜ਼ ਦਾ ਨਰੇਟਰ ਅਨੋਇਡ ਐਟ ਹਿਮਸੈਲਫ, ਕਿਉਂ ਅਨੋਇਡ ਸੀ ਆਪਣੇ ਆਪ 'ਤੇ, ਇਹਨੂੰ ਜਸਟ ਰੀਡ ਕਰਨਾ ਕਿਉਂਕਿ ਹੀ ਹੈਡ ਨੋ ਮਨੀ ਇਨ ਹਿਸ ਪੋਕਟ, ਕਿਉਂਕਿ ਉਹਦੇ ਪੋਕਟ ਦੇ ਵਿੱਚ ਮਨੀ ਨਹੀਂ ਸੀ। ਕਿਉਂਕਿ ਇਹ ਜਸਟ ਜਿਹੜਾ ਰੀਡ ਕਰਨਾ ਕਹਿ ਰਹੇ ਹੋ ਤੁਹਾਨੂੰ ਸ਼ਾਰਟ ਕੁਐਸਚਨ 'ਚ ਆ ਸਕਦੇ ਨੇ। ਡਿਸਕਰਾਈਬ ਦਾ ਗਲੋ ਆਫ ਦਾ ਪਲੇਜ਼ਰ, ਕੀ ਸੀ ਉਹਦੇ ਖੁਸ਼ੀ ਦਾ ਗਲੋ ਦਾ ਕੀ ਐਕਸਪੀਰੀਅੰਸ ਸੀ। ਦਾ ਨਰੇਟਰ ਡਿਡ ਨੋਟ ਹੈਵ ਮਨੀ ਬਟ ਦਾ ਕੰਡਕਟਰ ਗੇਵ ਹਿਮ ਦਾ ਟਿਕਟ, ਲੇਖਕ ਕੋਲ ਕੋਈ ਪੈਸਾ ਨਹੀਂ ਸੀ ਪਰ ਫਿਰ ਵੀ ਕੰਡਕਟਰ ਨੇ ਉਹਨੂੰ ਟਿਕਟ ਦਿੱਤੀ। ਵਟ ਵਾਜ਼ ਦਾ ਗੁੱਡ ਕੁਆਲਿਟੀਜ਼ ਆਫ ਦਾ ਕੰਡਕਟਰ, ਦੀ ਕੋਈ ਗੁੱਡ ਕੁਆਲਿਟੀਜ਼ ਨੇ, ਇਹ ਬਹੁਤ ਇੰਪੋਰਟੈਂਟ ਆ, ਬਹੁਤ ਵਾਰ ਆਇਆ। ਦਾ ਕੰਡਕਟਰ ਵਾਜ਼ ਅ ਵੈਰੀ ਚੀਅਰਫੁਲ ਸੀ, ਪੋਲਾਈਟ ਸੀ, ਗੁੱਡ ਨੇਚਰ ਮੈਨ ਸੀ। ਹੀ ਵਾਜ਼ ਅ ਫੁੱਲ ਆਫ ਪੇਸ਼ੈਂਸ ਵਾਲਾ ਸੀ, ਸਹਿਣਸ਼ੀਲਤਾ ਵਾਲਾ ਸੀ, ਅਤੇ ਨੈਵਰ ਗੋਟ ਐਂਗਰੀ, ਤੇ ਕਦੇ ਵੀ ਗੁੱਸਾ ਨਹੀਂ ਹੁੰਦਾ ਸੀ। ਅੱਗੇ ਹਾਊ ਕੁਡ ਦਾ ਲਿਫਟਮੈਨ ਹੈਵ ਅਵੋਇਡ ਦਾ ਟਰਬਲ, ਕਿਵੇਂ ਅਵੋਇਡ ਕੀਤੀ ਉਹਨੇ। ਵਾਈ ਕੰਟਰੋਲਿੰਗ ਹਿਜ਼ ਐਂਗਰ, ਆਪਣੇ ਐਂਗਰ ਨੂੰ ਕੰਟਰੋਲ ਕਰਕੇ, ਤੇ ਇਲ ਵਿਲ ਪਾਵਰ। ਤੇ ਤੁਸੀਂ ਜਿਹੜੇ ਕਿ ਬੱਸ ਕੰਡਕਟਰ ਦਾ ਕਰੈਕਟਰ ਸਕੈਚ ਜਸਟ ਰੀਡ ਕਰ ਲੈਣਾ ਕਿਉਂਕਿ ਸ਼ਾਰਟ ਦੇ ਵਿੱਚ ਇਹ ਜਾ ਸਕਦਾ, ਜਸਟ ਜ਼ਰੂਰ ਇੱਕ ਵਾਰ ਰੀਡ ਕਰ ਲੈਣਾ। ਅੱਗੇ ਹੈ ਸਟੋਰੀ ਆਫ ਮਾਈ ਲਾਈਫ ਦੇ ਵਿੱਚੋਂ ਹੂ ਵਾਜ਼ ਐਨ ਏ ਮੈਨਸਫੀਲਡ ਸੁਲੇਵਾਨ ਕੌਣ ਸੀ। ਸ਼ੀ ਵਾਜ਼ ਹੈਲਨ ਕੈਲਰਸ ਟੀਚਰ ਸੀ ਉਹ। ਅੱਗੇ ਵਟ ਵਾਜ਼ ਸਮਥਿੰਗ ਅਨਯੂਜ਼ਲੀ, ਇਹ ਕੁਛ ਖਾਸ ਇੰਪੋਰਟੈਂਟ ਬਟ ਤੁਸੀਂ ਰੀਡ ਜ਼ਰੂਰ ਕਰਨੇ ਨੇ ਇੱਕ ਵਾਰ ਸਾਰੇ ਕੁਐਸਚਨ। ਅੱਗੇ ਥਰਡ ਵਟ ਵਾਜ਼ ਦਾ ਨਰੇਟਰ ਡੂਇੰਗ ਵਾਈਲ ਸਿਟਿੰਗ ਔਨ ਦਾ ਸਟੈਪਸ, ਦੇ ਪੌੜੇ 'ਤੇ ਬੈਠੀ ਕੀ ਸੋਚ ਰਹੀ ਸੀ। ਸ਼ੀ ਵਾਜ਼ ਵੇਟਿੰਗ ਵਿਦ ਹਰਟ ਫॉर ਸਮਥਿੰਗ ਟੂ ਹੈਪਨ, ਕਿ ਕੁਛ ਨਾ ਕੁਛ ਵਾਪਰੂਗਾ। ਧੜਕਦੇ ਮਤਲਬ ਕਿ ਦਿਲ ਦੀ ਧੜਕਣ ਦੇ ਨਾਲ ਉਹ ਸੋਚ ਰਹੀ ਸੀ ਕਿ ਕੁਛ ਵਾਪਰੂਗਾ ਧੜਕਦੇ ਦਿਲ ਨਾਲ। ਅਤੇ ਇੱਕ ਇਹ ਯਾਦ ਰੱਖਣਾ ਕਿ ਜਿਹੜੇ ਹੈਲਨ ਕੈਲਰ ਨੇ 21 ਈਅਰ ਦੇ ਵਿੱਚ ਜਿਹੜੀ ਆਟੋਬਾਇਓਗ੍ਰਾਫੀ ਸੀ ਉਹ ਰਿਟਨ ਕੀਤੀ ਸੀ, ਲਿਖੀ ਸੀ, ਅਤੇ 22 ਈਅਰਸ ਦੇ ਵਿੱਚ ਉਹ ਪਬਲਿਸ਼ ਹੋਈ ਸੀ। ਇਹ ਯਾਦ ਰੱਖਣਾ, ਬੱਚੇ ਕਨਫਿਊਜ਼ ਹੋ ਜਾਂਦੇ ਨੇ। ਪਬਲਿਸ਼ਡ 22 ਈਅਰਸ ਹੈ ਅਤੇ 21 ਈਅਰ ਦੇ ਵਿੱਚ ਲਿਖੀ ਗਈ ਉਹ। ਅਤੇ ਜਦੋਂ ਉਹਦੇ ਟੀਚਰ ਉਹਨੂੰ ਪੜ੍ਹਾਉਣ ਆਏ ਸੀ ਤਾਂ ਉਸ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ, ਹੈਲਨ ਕੈਲਰ ਦੀ 7 ਸਾਲ, 7 ਈਅਰਸ, ਠੀਕ ਹੈ, 7 ਈਅਰ। ਅਤੇ ਕਿੰਨੀ ਡੇਟ ਸੀ, 3 ਮਾਰਚ 1887, 3 ਮਾਰਚ, ਠੀਕ ਹੈ। ਨੈਕਸਟ ਆਪਣੇ ਕੁਐਸਚਨਸ ਨੇ ਅੱਗੇ। ਵਟ ਵਾਜ਼ ਦਾ ਵਰਡਲੈਸ ਕਰਾਈ ਆਫ ਦਾ ਨਰੇਟਰ ਸੋਲ, ਕੀ ਕਰਾਏ ਸੀ। ਤਾਂ ਤੁਸੀਂ ਇਹ ਵਰਡਲੈਸ ਕਰਾਏ ਇਹਨੂੰ ਰਹਿਣ ਦਿਓ, ਆ ਕਰਨਾ ਲਾਈਟ ਗਿਵ ਮੀ ਲਾਈਟ, ਇਹ ਵਰਡਲੈਸ ਕਰਾਏ ਸੀ। ਵਟ ਵਾਜ਼ ਦਾ ਨਾ ਇੱਥੇ ਲਿਖ ਕੇ ਦਾ ਵਰਡਲੈਸ ਕਰਾਈ ਆਫ ਦਾ ਨਰੇਟਰ ਸੋਲ। ਅੱਗੇ ਹੈ 5th ਹੂ ਹੈਡ ਸੈਂਟ ਦਾ ਡੋਲ, ਕਿਹਨੇ ਭੇਜੀ ਸੀ। ਦਾ ਲਿਟਲ ਬਲਾਈਂਡ ਚਿਲਡਰਨ ਐਟ ਦ ਪਰਕਿੰਸ ਇੰਸਟੀਟਿਊਟ ਦੇ ਵਿੱਚੋਂ ਹੈਡ ਸੈਂਟ। ਐਂਡ ਕਿਹਨੇ ਉਹ ਲੋਰਾ ਬ੍ਰਾਈਡਮੈਨ ਹੈਡ ਡਰੈਸਡ ਇਟ। 6th ਵੀ ਇੰਪੋਰਟੈਂਟ ਆ, ਜਿਹਨੇ ਟਿਕ ਕੀਤਾ ਹੋਇਆ ਤਾਂ ਜਿਵੇਂ ਬੋਲ ਰਹੀ ਉਹ ਇੰਪੋਰਟੈਂਟ ਨੇ। ਹਾਊ ਡਿਡ ਦਾ ਨਰੇਟਰ ਲਰਨ ਟੂ ਸਪੈਲ, ਕਿਵੇਂ ਸਿੱਖੀ ਸੀ। ਸ਼ੀ ਲਰਨ ਟੂ ਸਪੈਲ ਦਾ ਵਰਡਸ ਵਿਦ ਦਾ ਫਿੰਗਰ ਪਲੇ ਔਨ ਡਿਫਰੈਂਟ ਥਿੰਗਸ, ਅਲੱਗ ਚੀਜ਼ਾਂ ਦੇ ਨਾਂ ਫਿੰਗਰ ਪਲੇ ਦੇ ਨਾਲ। ਤੁਸੀਂ ਇਹ ਵੀ ਯਾਦ ਕਰ ਸਕਦੇ ਹੋ, ਨਹੀਂ ਇੰਨਾ ਕੁ ਉੱਪਰ ਵਾਲੇ ਯਾਦ ਕਰ ਸਕਦੇ ਹੋ ਤਾਂ ਹੀ ਔਰ ਪਾਇਆ ਹੋਇਆ। ਨੈਕਸਟ ਵਾਈ ਡਿਡ ਦਾ ਨਰੇਟਰ ਡੈਸ਼ ਟੂ ਦਾ ਡੋਲ ਅਪਨ ਦਾ ਫਲੋਰ। ਸ਼ੀ ਫੈਲਟ ਸੈਡ, ਕਿਉਂਕਿ ਉਹਨੇ ਡੋਲ ਕਿਉਂ ਸਿੱਟਦੀ ਸੀ, ਕਿਉਂਕਿ ਉਦਾਸ ਸੀ। ਬਿਕੋਜ਼ ਸ਼ੀ ਵਾਜ਼ ਅਨਏਬਲ ਟੂ ਲਰਨ ਦਾ ਡਿਫਰੈਂਸ ਬਿਟਵੀਨ ਮੱਗ ਐਂਡ ਵਾਟਰ, ਮੱਗ ਅਤੇ ਵਾਟਰ ਦੇ ਵਿੱਚ ਉਹਨੂੰ ਫਰਕ ਨਹੀਂ ਪਤਾ ਲੱਗ ਰਿਹਾ ਸੀ। ਲਿਸਟ ਦਾ ਫਿਊ ਵਰਡਸ ਕਿਹੜੇ ਸੀ। ਪਿੰਨ, ਹੈਟ, ਕੈਪ, ਕੱਪ, ਅਤੇ ਫਿਊ ਵਰਬ ਕਿਹੜੇ ਸੀ, ਸਿਟ, ਸਟੈਂਡ ਅਤੇ ਵਾਕ। ਅੱਗੇ ਵਟ ਡਿਡ ਦਾ ਨਰੇਟਰ ਲਰਨ ਐਟ ਦਾ ਵੈਲ ਹਾਊਸ, ਕੀ ਸਿੱਖੀ ਇਹ। ਸ਼ੀ ਲਰਨਡ ਦਾ ਮਾਸਟਰੀ ਆਫ ਅ ਲੈਂਗੁਏਜ ਐਜ਼ ਦਾ ਕੂਲ ਵਾਟਰ ਫਲੋਡ ਓਵਰ ਹਰ ਹੈਂਡ, ਵੀ ਜਿਵੇਂ ਠੰਡਾ ਪਾਣੀ ਦੀ ਧਾਰਾ ਉੱਤੇ ਬਹਿੰਦੀ ਗਈ ਤਾਂ ਉਹ ਸਿੱਖਦੀ ਗਈ ਕਿ ਜੋ ਚੀਜ਼ ਠੰਡੀ ਹੁੰਦੀ ਆ ਉਹ ਪਾਣੀ ਹੁੰਦਾ। ਵਟ ਮੇਡ ਦਾ ਨਰੇਟਰ ਰੀਪੈਂਟ ਐਂਡ ਫੀਲ ਸੋਰੋਫੁਲ, ਇਹ ਕੁਛ ਖਾਸ ਨਹੀਂ ਬਟ ਪੜ੍ਹ ਲੈਣਾ। ਸ਼ੀ ਟਚਡ ਦਾ ਪੀਸ ਆਫ ਅ ਡੋਲ ਵਿਚ ਸ਼ੀ ਹੈਡ ਬ੍ਰੋਕਨ, ਹਰ ਆਈਜ਼ ਵਰ ਫਿਲਡ ਵਿਦ ਟੀਅਰਸ, ਉਹਨੇ ਜਿਹੜੀ ਡੋਲ ਨੂੰ ਸਿੱਟਤਾ ਸੀ ਉਹਦੇ ਪੀਸ ਚੱਕੇ ਅਤੇ ਉਹਨਾਂ ਨੂੰ ਟੱਚ ਕੀਤਾ, ਜਿਹੜੀ ਤੋੜਤੀ ਸੀ, ਅਤੇ ਉਹਦੇ ਅੱਖਾਂ ਦੇ ਵਿੱਚੋਂ ਪਾਣੀ ਭਰਿਆ ਆ। ਅੱਗੇ 2 ਜੈਂਟਲਮੈਨ ਵਟ ਵਰ ਦਾ ਜੋਬਸ ਡੈਟ ਵਰ 2 ਬੋਇਜ਼, ਕੀ ਕਰਦੇ ਸੀ। ਦੇ ਪੋਲਿਸ਼ ਸ਼ੂਜ਼, ਸੋਲਡ ਫਰੂਟਸ, ਨਿਊਜ਼ਪੇਪਰ, ਦੇ ਵਰ ਵਰਕਡ ਐਟ ਟੂਰਿਸਟ ਗਾਈਡਸ, ਅਤੇ ਉਹ ਟੂਰਿਸਟ ਗਾਈਡ ਵੀ ਬਣੇ ਹੋਏ ਸੀ, ਅਤੇ ਇਹ ਸਾਰੇ ਕੰਮ ਕਰਦੇ ਸੀ ਉਹ। ਜਿਹੜੇ ਟਿਕ ਲੱਗੇ ਹੋਏ ਇੰਪੋਰਟੈਂਟ ਨੇ। ਡਿਸਕਰਾਈਬ ਦਾ ਫਿਜ਼ੀਕਲ ਅਪੀਅਰੈਂਸ, ਕੀ ਸੀ। ਦਾ 2 ਬੋਇਜ਼ ਵਰ ਲਿਟਲ ਫਿਗਰ ਸੀ, ਬਰਾਊਨ ਸਕਿਨ, ਟੈਂਗਲਡ ਹੇਅਰ ਸੀ, ਗੁੰਝਲਦਾਰ ਸੀ ਹੇਅਰ। ਵੋਰ ਸ਼ੈਬੀ ਜਾਂ ਡਰਟੀ ਕਲੌਥ ਸੀ। ਜਕੋਪੋ ਵਾਜ਼ ਲਿਵਲੀ ਐਜ਼ ਅ ਸਕੁਰਾਇਲ ਦੀ ਤਰ੍ਹਾਂ ਰਹਿੰਦਾ ਸੀ, ਗਿਲਹਰੀ,
ਤੇ ਨਿਕੋਲਾ ਹੈਡ ਅਟਰੈਕਟਿਵ ਸਮਾਈਲ ਸੀ ਉਹਦੀ। ਨਿਕੋਲੋ ਵਾਜ਼ 13 ਈਅਰਸ, ਵੈਰੀ ਵੈਰੀ ਇੰਪੋਰਟੈਂਟ ਇਹ ਸ਼ਾਰਟਲੀ ਵੀ ਕਿੰਨੇ ਸਾਲਾਂ ਦਾ ਸੀ। ਨਿਕੋਲਾ 13 ਈਅਰ ਸੀ, ਤੇ ਜਕੋਪੋ 12 ਦਾ, ਜਕੋਪੋ 12, ਤੇ ਇਹ ਨਿਕੋਲਾ 13, ਤੇ ਇਹ ਐਲਡਰ ਸੀ। ਠੀਕ ਹੈ, ਨਿਕੋਲੋ ਐਲਡਰ ਸੀ। ਅੱਗੇ ਹਾਊ ਵਰ ਦਾ ਟੂ ਬॉयਜ਼ ਯੂਜ਼ਫੁਲ ਫॉर द ਨਰੇਟਰ ਇਨ ਮੈਨੀ ਵੇਜ਼, ਕਿਵੇਂ ਹੋਏ। ਦੇ ਬਰਾਊਟ ਚਾਕਲੇਟ, ਸ਼ਾਈਨਡ ਸ਼ੂਜ਼ ਐਂਡ ਬੁੱਕਡ ਸੀਟ ਆਫ ਓਪੇਰਾ ਫॉर ਹਿਮ। ਠੀਕ ਹੈ, ਉਹਨੂੰ ਰੀਡ ਕਰਨਾ, ਤੇ ਜਿਹੜੇ ਟਿਕ ਕਰੇ ਹੋਣ ਉਹਨਾਂ ਨੂੰ ਪੱਕਾ ਕਰਨਾ। ਜਿਹੜੇ ਵੈਸੇ ਬੋਲ ਰਹੀ ਹਾਂ ਜਿਵੇਂ ਥਰਡ ਵਗੈਰਾ ਜਿਹਨਾਂ ਨੇ ਟਿਕ ਨਹੀਂ ਕੀਤਾ ਹੋਇਆ ਉਹਨਾਂ ਨੂੰ ਜਸਟ ਰੀਡ ਕਰ ਲੈਣਾ। ਕਿਹੜੇ ਕਿਹੜੇ ਲਗਾਤਾਰ ਕੰਮ ਕਰਦੇ ਸੀ, ਵੈਰੀ ਵੈਰੀ ਇੰਪੋਰਟੈਂਟ ਇਹ। ਦੇ ਵਰਕਡ ਵੈਰੀ ਹਾਰਡ ਟੂ ਪੇ ਫॉर द ਟ੍ਰੀਟਮੈਂਟ ਆਫ देयर ਸਿਸਟਰ ਸਫਰਿੰਗ ਫਰॉम TB ਆਫ ਸਪਾਈਨ। ਜਿਹੜੇ TB ਆਫ ਸਪਾਈਨ ਤੋਂ ਪੀੜ ਸੀ ਉਹਦੀ ਸਿਸਟਰ, ਉਹਦੇ ਲਈ ਉਹ ਲਗਾਤਾਰ ਕੰਮ ਕਰਦੇ ਸੀ। ਐਂਡਲੈਸਲੀ ਮਤਲਬ ਕਿ ਲਗਾਤਾਰ ਕੰਮ ਕਰਨਾ, ਕੰਟੀਨਿਊ। ਵੇਅਰ ਡਿਡ ਦ ਨਰੇਟਰ ਡਰਾਈਵ ਟੂ ਦ ਬॉयਜ਼, ਕਿੱਥੇ ਲੈ ਕੇ ਗਏ। ਹੀ ਡਰਾਈਵ ਦੈਮ ਟੂ ਅ ਵਿਲੇਜ ਪਲੋਟੀਆ 30 km ਅਵੇ ਸੀ। ਇਹ ਸ਼ਾਰਟਲੀ, ਵੈਰੀ ਸ਼ਾਰਟਲੀ ਵੀ ਇੰਪੋਰਟੈਂਟ ਆ। ਅੱਗੇ ਹੂ ਵਾਜ਼ ਦਾ ਵੂਮਨ ਐਟ ਦਾ ਵਿਲੇਜ, ਕੌਣ ਸੀ। ਸ਼ੀ ਵਾਜ਼ ਅ ਪਲੀਸੈਂਟ ਜਾਂ ਗੁੱਡ ਲੁਕਿੰਗ ਟ੍ਰੇਨਡ ਨਰਸ ਸੀ। ਵਟ ਮੇਡ ਦਾ ਨਰੇਟਰ ਫੋਲੋ ਦਾ ਬॉयਜ਼, ਕਿੱਥੇ ਫੋਲੋ ਕਰ ਰਿਹਾ ਸੀ। ਹੀ ਵਾਂਟਡ ਟੂ ਸੀ ਹੋਮ ਦੇ ਆਰ ਵਿਜ਼ਿਟਿੰਗ, ਕਿਉਂ ਫੋਲੋ ਕਰ ਰਿਹਾ ਸੀ ਕਿਉਂਕਿ ਉਹ ਸੋਚਦਾ ਸੀ ਕਿ ਕਿੱਥੇ ਜਾ ਰਹੇ ਨੇ, ਉੱਥੋਂ ਤੱਕ ਉਹਨਾਂ ਨੂੰ ਦੇਖੂਗਾ। ਵਟ ਡਿਡ ਲੂਸੀ ਐਸਪਾਇਰ ਟੂ ਬੀ ਅ ਸਿੰਗਰ, ਇਹ ਸ਼ਾਰਟਲੀ ਵੈਰੀ ਵੈਰੀ ਇੰਪੋਰਟੈਂਟ, ਵੈਰੀ ਸ਼ਾਰਟਲੀ। ਵਾਈ ਵਾਜ਼ ਦਾ ਨਰੇਟਰ ਡੀਪਲੀ ਮੂਵਡ, ਕਿਉਂ ਉਹ ਜਿਹੜੇ ਕਿ ਉਹਦੇ ਸਾਰੇ ਵਿਚਾਰ ਚੇਂਜ ਹੋ ਗਏ। ਹੀ ਵਾਜ਼ ਡੀਪਲੀ ਮੂਵਡ ਬਾਏ ਦਾ ਟੂ ਬॉयਜ਼ ਡਿਵੋਸ਼ਨ ਟੂ ਦੇਅਰ ਸਿਕ ਸਿਸਟਰ, ਦੋਨਾਂ ਬੱਚਿਆਂ ਦੇ ਆਪਣੀ ਸਿਸਟਰ ਦੇ ਲਈ ਡਿਵੋਸ਼ਨ ਨੂੰ ਦੇਖ ਕੇ ਉਹ ਮੂਵਡ ਹੋ ਗਿਆ। ਵਟ ਮੇਡ ਦਾ ਟੂ ਬ੍ਰਦਰਸ ਐਂਡ ਦੇਅਰ ਸਿਸਟਰ ਔਰਫਨਸ, ਕੀ ਕਿਸ ਚੀਜ਼ ਨੇ ਉਹਨਾਂ ਨੂੰ ਔਰਫਨ ਕਰਤਾ ਸੀ। ਵॉर ਨੇ, ਇਹ ਵੀ ਇੰਪੋਰਟੈਂਟ ਆ ਕਿਉਂਕਿ ਪਹਿਲਾਂ ਤਾਂ ਇਹਨਾਂ ਦੀ ਮਦਰ ਹੈ ਨਹੀਂ ਸੀ, ਮਦਰਲੈਸ ਸੀ, ਬਟ ਵॉर ਦੇ ਵਿੱਚ ਉਹਨਾਂ ਦੇ ਜਿਹੜੇ ਕਿ ਇੱਕ ਤਾਂ ਉਹਨਾਂ ਦਾ ਘਰ ਡਿਸਟਰੋਏ ਕਰਤਾ ਸੀ, ਹੋਮ ਡਿਸਟਰੋਏ ਹੋ ਗਿਆ ਸੀ, ਦੂਜਾ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਵॉर ਦੇ ਵਿੱਚ। ਦਾ ਵॉर ਮੇਡ ਟੂ ਬॉयਜ਼ ਟੂ ਬ੍ਰਦਰਸ ਐਂਡ ਦੇਅਰ ਸਿਸਟਰ ਔਰਫਨਸ। ਮੈਸੇਜ ਕੀ ਕਨਵੇ ਕਰਦੇ ਨੇ, ਵੈਰੀ ਵੈਰੀ ਇੰਪੋਰਟੈਂਟ। ਦੇ ਕਨਵੇਡ ਦਾ ਮੈਸੇਜ ਆਫ ਸੈਲਫਲੈਸਨੈਸ। ਇਸ ਦੀ ਤੋਂ ਇਲਾਵਾ ਤੁਸੀਂ ਸੈਲਫਲੈਸ ਸਰਵਿਸ ਵੀ ਲਿਖ ਸਕਦੇ ਹੋ, ਸੈਲਫਲੈਸ ਸਰਵਿਸ। ਲਵ, ਠੀਕ ਹੈ, ਡਿਵੋਸ਼ਨ, ਕਾइंडनेस, ਸੈਲਫਲੈਸ ਸਰਵਿਸ, ਕਾइंडनेस, ਲਵ, ਡਿਵੋਸ਼ਨ। ਇਹ ਚਾਰ ਚੀਜ਼ਾਂ, 4 ਪੁਆਇੰਟ ਲਿਖ ਦੇਣੇ ਨੇ। ਤੇ ਲਾਸਟ ਡਿਵੋਸ਼ਨ ਮੇਕਸ ਅ ਫੈਮਿਲੀ ਹੈਪੀ। ਡਿਵੋਸ਼ਨ ਹੋ ਗਿਆ ਮਤਲਬ ਕਿ ਸ਼ਰਧਾ ਆਪਣੇ ਦੇ ਮਨ ਦੇ ਵਿੱਚ ਕਿਸੇ ਦੂਜੇ ਦੇ ਲਈ ਅਰਪਿਤ ਕਰਨਾ। ਸੈਲੀਬ੍ਰੇਸ਼ਨ ਆਫ ਬੀਇੰਗ ਲਾਈਵ ਅਕੋਰਡਿੰਗ ਟੂ ਡਾਕਟਰ ਬਰਨਾਰਡ ਵਟ ਇਜ਼ ਦਾ ਬਿਜ਼ਨਸ ਆਫ ਲਿਵਿੰਗ। ਹੁਣ ਅਗਲਾ 7th ਚੈਪਟਰ ਹੈ। the business of living is joy in the real sense of the word, real sense of the word joy ਦੇ ਵਿੱਚ ਰਹਿਣਾ। it is the celebration of being alive, ਠੀਕ ਹੈ, ਮਤਲਬ ਕਿ ਖੁਸ਼ੀ ਦੇ ਵਿੱਚ ਜੀਵਨ ਬਤੀਤ ਕਰਨਾ। ਅੱਗੇ what do the people with brave and positive attitude teach us, ਇਹ ਵੀ ਇੰਪੋਰਟੈਂਟ ਆ, ਇਹ ਟਿਕ ਨਹੀਂ ਲਾਇਆ ਹੋਇਆ ਬਟ ਇਹ ਇੰਪੋਰਟੈਂਟ ਆ। ਤੇ teach us to move forward in life, ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ। and not to cry and weep, ਇਹ ਥੀਮ ਲਈ ਵੀ ਇੰਪੋਰਟੈਂਟ ਆ ਇਹ, ਤੇ ਰੋਣਾ ਨਹੀਂ ਚਾਹੀਦਾ। ਇਨ ਵਿਚ ਇੰਸੀਡੈਂਟ ਵਰ ਡਾਕਟਰ ਬਰਨਾਰਡਸ ਗਲੂਮੀਜ਼ ਥਾਟ ਰੂਟਡ ਇਨ ਐਨ ਐਕਸੀਡੈਂਟ ਇਨ ਵਿਚ ਹੀ ਐਂਡ ਹਿਜ਼ ਵਾਈਫ ਵਰ ਇੰਜਰਡਸ। ਅੱਗੇ ਵਟ ਵਾਜ਼ ਦਾ ਡਾਕਟਰ ਬਰਨਾਰਡਸ ਫਾਦਰਸ ਐਟੀਟਿਊਡ, ਕੀ ਸੀ ਵੀ ਇੰਪੋਰਟੈਂਟ ਆ। ਗੋਡ ਟੈਸਟ ਅਸ, ਵੀ ਪਰਮਾਤਮਾ ਸਾਡੇ ਟੈਸਟ ਲੈਂਦਾ। ਵੈਨ ਵੀ ਆਰ ਇਨ ਸਫਰਿੰਗ, ਜਦੋਂ ਅਸੀਂ ਦੁੱਖ ਦੇ ਵਿੱਚ ਹੁੰਦੇ ਹਾਂ। ਵਟ ਇੰਟਰੋਡਿਊਸ ਡਾਕਟਰ ਬਰਨਾਰਡ ਟੂ ਸਫਰਿੰਗ ਆਫ ਦਾ ਚਿਲਡਰਨ, ਹੀ ਕੇਮ ਟੂ ਨੋ ਦਾ ਸਫਰਿੰਗ ਆਫ ਦਾ ਚਿਲਡਰਨ, ਵੀ ਕੀ ਉਹਨਾਂ ਨੂੰ ਪਤਾ ਲੱਗਿਆ। ਹਿਜ਼ ਬ੍ਰਦਰਜ਼ ਬਰਥ ਵਿਦ ਅ ਨੋਰਮਲ ਹਾਰਟ, ਤੇ ਡੀਪਲੀ ਮੂਵਡ ਹੁੰਦਾ ਸੀ, ਬਹੁਤ ਪਿਘਲ ਜਾਣਾ। ਇਸ ਕੁਐਸਚਨ ਦਾ ਇਹ ਹੈ ਕਿ ਕਿਹੜੀ ਚੀਜ਼ ਨੇ ਡਾਕਟਰ ਬਰਨਾਰਡ ਨੂੰ ਬੱਚਿਆਂ ਦੇ ਦੁੱਖਾਂ ਨਾਲ ਜਾਣਕਾਰੀ ਕਰਵਾਈ। ਠੀਕ ਹੈ, ਉਹਨੂੰ ਬੱਚਿਆਂ ਦੇ ਦੁੱਖਾਂ ਦਾ ਪਤਾ ਆਪਣੇ ਭਰਾ ਦੇ ਜਨਮ ਤੋਂ ਚੱਲਿਆ, ਜਿਸ ਦਾ ਦਿਲ ਜਿਹੜੇ ਕਿ ਅਸਧਾਰਨ ਸੀ। ਅੱਗੇ 6th ਵਾਈ, 5th ਇੰਨਾ ਇੰਪੋਰਟੈਂਟ ਨਹੀਂ ਸੀ। 6th ਵਾਈ ਕੁਡ ਨਾਟ ਡਾਕਟਰ ਬਰਨਾਰਡਸ ਬ੍ਰਦਰ ਸਰਵਾਈਵ, ਕਿਉਂ ਨਹੀਂ ਸੀ ਜੀਵਤ। ਬਿਕੋਜ਼ ਇੰਪਰੋਪਰ ਟ੍ਰੀਟਮੈਂਟ ਫੋਰ ਹਾਰਟ ਸਰਜਰੀ, ਕਿਉਂਕਿ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲਿਆ ਸੀ ਹਾਰਟ ਸਰਜਰੀ ਦੇ ਲਈ, ਤੇ ਜਿਸ ਕਰਕੇ ਉਹ ਨਹੀਂ ਬਚ ਪਾਏ। ਅੱਗੇ ਵਾਈ ਡਜ਼ ਡਾਕਟਰ ਬਰਨਾਰਡ ਕੰਸੀਡਰ ਦਾ ਸਫਰਿੰਗ ਆਫ ਦਾ ਚਿਲਡਰਨ ਹਾਰਟ ਬ੍ਰੇਕਿੰਗ, ਡਾਕਟਰ ਬਰਨਾਰਡ ਨੂੰ ਬੱਚਿਆਂ ਦੇ ਦੁੱਖਾਂ ਨੂੰ ਦਿਲ ਤੋੜਨ ਵਾਲਾ ਕਿਉਂ ਸਮਝਦਾ। ਬਿਕੋਜ਼ ਦੇ ਹੈਡ ਟੋਟਲੀ ਫੇਥ ਇਨ ਦਾ ਅਬਿਲਿਟੀ ਆਫ ਦਾ ਡਾਕਟਰਸ ਟੂ ਕਰ ਦੈਮ, ਕਿਉਂਕਿ ਉਹਨਾਂ ਦੇ ਵਿੱਚ ਪੂਰਾ ਬੱਚਿਆਂ ਨੂੰ ਇਹ ਵਿਸ਼ਵਾਸ ਹੁੰਦਾ ਕਿ ਡਾਕਟਰ ਉਹਨਾਂ ਦੇ ਜਿਹੜੇ ਦੁੱਖ ਦਰਦ ਨੇ, ਜਿਹੜਾ ਵੀ ਉਹਨੂੰ ਤਕਲੀਫ ਹੈ ਉਹਦਾ ਠੀਕ ਇਲਾਜ ਕਰਨਗੇ, ਠੀਕ ਇਲਾਜ ਕਰ ਸਕਦੇ ਨੇ। ਠੀਕ ਹੈ, ਕਰਦਾ ਮਤਲਬ ਕਿ ਇਲਾਜ ਕਰ ਸਕਦੇ ਨੇ। ਵਟ ਮੇਡ ਦਾ ਡਰਾਈਵਰ ਐਂਡ ਦਾ ਮਕੈਨਿਕ, ਇਹ ਵੈਰੀ ਵੈਰੀ ਇੰਪੋਰਟੈਂਟ। 6th ਵੀ ਹੈ ਇੰਪੋਰਟੈਂਟ, 7th ਤਾਂ ਬਹੁਤ ਜ਼ਿਆਦਾ ਹੀ ਆ। ਦਾ ਮਕੈਨਿਕ ਵਾਜ਼ ਬਲਾਈਂਡ, ਉਹ ਬਲਾਈਂਡ ਸੀ, ਤੇ ਡਰਾਈਵਰ ਉਹ ਹੈਡ ਓਨਲੀ ਵਨ ਆਰਮ। ਦੈਨ ਲਾਸਟ ਵਨ ਇਜ਼ ਲਿਸਟ ਦਾ ਫਿਊ ਕੀ ਮੈਂਬਰਸ, ਜਾਂ ਇੰਪੋਰਟੈਂਟ ਮੈਂਬਰ ਵੀ ਲਿਖਾ ਸਕਦਾ ਗਦਰ ਪਾਰਟੀ। ਕਿਹੜੇ ਕਿਹੜੇ ਸੀ। ਲਾਲਾ ਹਰਦਿਆਲ, ਵੀਜ਼ੇ ਪਿੰਗਲੇ, ਸੰਤ ਬਾਬਾ ਵਿਸ਼ਾਖਾ ਸਿੰਘ,
ਤੇ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਰਾਸ ਬਿਹਾਰੀ ਬੋਸ। ਵਟ ਵਾਜ਼ ਦਾ ਮੋਡ ਆਫ ਟੋਰਚਿੰਗ, ਉਹਨਾਂ ਦਾ ਕੀ ਹੁੰਦਾ ਸੀ? ਦੇ ਵਰ ਫੋਰਸ ਟੂ ਵਰਕ ਐਟ ਆਇਲ ਮਿਲ, ਉਹਨਾਂ ਨੂੰ ਧੱਕੇ ਨਾਲ ਜ਼ਬਰਦਸਤੀ ਜਿਹੜੇ ਕਿ ਆਇਲ ਮਿਲ ਦੇ ਵਿੱਚ ਕੰਮ ਕਰਾਇਆ ਜਾਂਦਾ ਸੀ। ਐਂਡ ਬਿਬਡ ਇਨ ਪਬਲਿਕ, ਅਤੇ ਫਿਰ ਉਹਨਾਂ ਨੂੰ ਚਬੁੱਕੇ ਮਾਰੇ ਜਾਂਦੇ ਸੀ ਪਬਲਿਕ ਦੇ ਵਿੱਚ। ਦੇ ਵਰ ਆਲਸੋ ਕੈਪਟ ਇਨ ਡਰਟੀ ਐਂਡ ਲੋਨਲੀ ਸੈਲਸ, ਅਤੇ ਉਹਨਾਂ ਨੂੰ ਇਕੱਲੀਆਂ ਅਤੇ ਜਿਹੜੇ ਮਤਲਬ ਕਿ ਭੈੜੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ, ਅਕਾਲ ਕੋਠੜੀਆਂ ਦੇ ਵਿੱਚ ਰੱਖਿਆ ਜਾਂਦਾ ਸੀ, ਜਿੱਥੇ ਬਹੁਤ ਸਾਰੇ ਲੀਚਸ ਹੁੰਦੇ ਸੀ, ਮੋਸਕੀਟੋਸ ਹੁੰਦੇ ਸੀ। ਰਾਈਟ ਦਾ ਅਦਰ 2 ਨੇਮਸ ਆਫ ਦਾ ਸੈਲੂਲਰ ਜੇਲ, ਕੀ ਨੇਮ ਸੀ? ਕਾਲਾ ਪਾਣੀ ਐਂਡ ਦਾ ਅਦਰ ਨੇਮ ਵਾਜ਼ ਦਾ ਡੈਵਿਲਸ ਆਈਲੈਂਡ। ਡੈਵਿਡ ਆਈਲੈਂਡ ਹੁੰਦਾ ਸ਼ੈਤਾਨ ਦਾ ਟਾਪੂ। ਅਤੇ ਵਟ ਵਾਰ ਦਾ ਫਿਜ਼ੀਕਲ ਕੰਡੀਸ਼ਨ ਕੀ ਸੀ? ਸੈਲੂਲਰ ਜੇਲ ਵਾਜ਼ ਵੈਰੀ ਡਰਟੀ ਸੀ ਐਂਡ ਬੈਡ ਵੈਦਰ ਸੀ ਉੱਥੇ ਦਾ। ਇਟ ਵਾਜ਼ ਅ ਫੁੱਲ ਆਫ ਮੋਸਕੀਟੋਸ ਐਂਡ ਲੀਚਸ, ਅਤੇ ਫੁੱਲ ਮੋਸਕੀਟੋ ਅਤੇ ਲੀਚਸ ਨਾਲ ਭਰੀ ਹੋਈ ਸੀ। ਹੂ ਵਰ ਦਾ ਚੀਫ ਗਵਰਨਿੰਗ ਆਫੀਸ਼ਲ ਇਨ ਦਾ ਸੈਲੂਲਰ ਜੇਲ੍ਹ 'ਚ ਕੌਣ ਸੀ? ਜੇਲਰ ਡੇਵਿਡ ਵੈਰੇ ਐਂਡ ਸੁਪਰਡੈਂਟ ਮੁਰਰੇ ਐਂਡ ਦਾ ਚੀਫ ਕਮਿਸ਼ਨਰਸ ਆਰ ਦਾ, ਇਹ ਦੋਨੋਂ ਹੀ ਸੀ, ਠੀਕ ਹੈ। ਚੀਫ ਕਮਿਸ਼ਨਰ ਵਰ ਦਾ ਚੀਫ ਗਵਰਨਿੰਗ ਆਫੀਸ਼ਲ ਸੀ। ਹਾਊ ਵਰ ਦਾ ਕਨਵਿਕਟ ਪਨਿਸ਼ਡ ਵੈਨ ਦੇ ਫੇਲ ਟੂ ਵਰਕ ਪ੍ਰੋਪਰਲੀ, ਜਦੋਂ ਵਰਕ ਨਹੀਂ ਕਰ ਪਾਉਂਦੇ ਸੀ ਤਾਂ ਉਹਨਾਂ ਨੂੰ ਕਿਵੇਂ ਪਨਿਸ਼ ਕੀਤਾ ਜਾਂਦਾ ਸੀ? ਦੇ ਵਰ ਅਬਿਊਜ਼ਡ, ਅਤੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸੀ, ਅਬਿਊਜ਼ ਕੀਤਾ ਜਾਂਦਾ ਸੀ। ਐਂਡ ਗਿਵਨ 30 ਬਿਪ ਲੈਚਸ ਇਨ ਦਾ ਪਬਲਿਕ, ਮਤਲਬ ਕਿ ਉਹਨਾਂ 'ਤੇ ਲਾਛਾਂ ਵਿਛਾਈਆਂ ਜਾਂਦੀਆਂ ਸੀ 30, ਭਾਵ ਕਿ ਕੁੱਟਿਆ ਜਾਂਦਾ ਸੀ ਤਾਬੂਤ ਦੇ ਨਾਲ, ਛਟੀਜੀਆਂ ਨਾਲ। ਹੂ ਵਰ ਡਰੈਸਡ ਐਜ਼ ਅ ਡੈਮੀਗੋਡ ਐਂਡ ਵਾਈ, ਡੈਮੀਗੋਡ ਕੌਣ ਹੈ ਅਤੇ ਵਾਈ? ਦਾ ਓਲਡ ਕ੍ਰਿਮੀਨਲਸ ਅਤੇ ਜ਼ਿਮੀਦਾਰ ਸੀ। ਵਰ ਕੋਲ ਡੈਮੀਗੋਡਸ, ਮਤਲਬ ਕਿ ਅਰਧ ਦੇਵਤੇ, ਠੀਕ ਹੈ। ਦੇ ਇਲ ਟਰੀਟਡ ਆਲ ਦਾ ਪ੍ਰਿਜ਼ਨਰਸ, ਅਤੇ ਜਿਹੜੇ ਉੱਥੇ ਕੈਦੀ ਹੁੰਦੇ ਸੀ ਉਹਨਾਂ ਨੂੰ ਉਹ ਤੰਗ ਕਰਦੇ ਸੀ। ਐਂਡ ਮੇਡ ਦੇਅਰ ਲਾਈਫ ਮਿਸਰੇਬਲ, ਅਤੇ ਉਹਨਾਂ ਦੀ ਲਾਈਫ ਨੂੰ ਦੁਖੀ ਕਰਦੇ ਸੀ। 7th ਇੰਪੋਰਟੈਂਟ ਆ। ਨੈਕਸਟ ਹੈ ਨੰਬਰ 8, ਵਟ ਡਿਡ ਦਾ ਗਦਰੀਜ਼ ਡੂ ਇਨ ਦਾ ਬਿਗਨਿੰਗ ਆਫ ਦੇਅਰ ਕਨਵਿਕਟ ਪੀਰੀਅਡ, ਅਤੇ ਉਹ ਸਟਾਰਟਿੰਗ ਦੇ ਵਿੱਚ ਆਪਦੇ ਕਨਵਿਕਟ ਪੀਰੀਅਡ ਦੇ ਵਿੱਚ ਕੀ ਕਰਦੇ ਸੀ? ਕਿ ਕਨਵਿਕਟ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਫਿਰ ਕੀ ਕਰਦੇ ਸੀ? ਦੇਅਰ ਮੰਤਰਾ ਵਾਜ਼ ਨਾਟ ਟੂ ਸਫਰ ਐਨੀ ਇਨਸਲਟ, ਉਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ ਕਿਸੇ ਵੀ ਅਪਮਾਨ ਦਾ ਸਖਤੀ ਨਾਲ ਜਵਾਬ ਦੇਣਗੇ, ਭਾਵ ਕਿ ਕਿਸੇ ਵੀ ਤਰੀਕੇ ਨਾਲ ਉਹ ਇਨਸਲਟ ਨਹੀਂ ਸਹਿਣਗੇ, ਠੀਕ ਹੈ, ਉਹਨਾਂ ਦਾ ਬਦਲਾ ਦੇਣਗੇ ਉਹ। ਵਟ ਵਰ ਦਾ ਜੋਤਿਸ਼ ਚੰਦਰਾ ਪਾਲ ਮੂਵ ਟੂ ਅ ਮੈਂਟਲ ਹੌਸਪੀਟਲ। ਨੈਕਸਟ ਆ, ਵਾਈ ਡਿਡ ਦਾ ਗਦਰੀਜ਼ ਡੂ ਇਨ ਦਾ ਬਿਗਨਿੰਗ ਆਫ ਦੇਅਰ ਕਨਵਿਕਸ਼ਨ ਪੀਰੀਅਡ, ਗਦਰੀ ਪਾਰਟੀ ਦੇ ਜਿਹੜੇ ਮੈਂਬਰ ਸੀ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਕੀ ਕਰਦੇ ਸੀ? ਦੇਅਰ ਮੰਤਰਾ ਵਾਜ਼ ਨਾਟ ਟੂ ਸਫਰ ਐਨੀ ਇਨਸਲਟ, ਉਹਨਾਂ ਦਾ ਇਹ ਮੰਤਰਾ ਸੀ ਕਿ ਕਿਸੇ ਵੀ ਤਰੀਕੇ ਨਾਲ ਉਹ ਕੋਈ ਵੀ ਦੁੱਖ ਅਤੇ ਉਹਨਾਂ ਦੀ ਇਨਸਲਟ ਨਹੀਂ ਸਹਿਣ ਕਰਨਗੇ। ਵਾਈ ਵਾਜ਼ ਜੋਤਿਸ਼ ਚੰਦਰਾ ਪਾਲ ਮੂਵ ਟੂ ਅ ਮੈਂਟਲ ਹੌਸਪੀਟਲ ਦੇ ਵਿੱਚ ਕਿਉਂ ਭੇਜਿਆ ਗਿਆ ਸੀ? ਹੀ ਪਾਸਡ ਬਲੱਡ ਇਨ ਸਟੂਲ ਡਿਊ ਟੂ ਦਾ ਹੰਗਰ ਸਟ੍ਰਾਈਕ, ਭੁੱਖ ਹੜਤਾਲ ਦੇ ਕਰਕੇ ਉਹਨਾਂ ਦੇ ਜਿਹੜੇ ਕਿ ਬਲੱਡ ਸਟੂਲ ਦੇ ਵਿੱਚੋਂ ਆ ਰਿਹਾ ਸੀ। ਹੀ ਵੈਂਟ ਮੈਡ, ਸੋ ਹੀ ਵਾਜ਼ ਮੂਵ ਟੂ ਮੈਂਟਲ ਹੌਸਪੀਟਲ, ਅਤੇ ਉਹ ਪਾਗਲ ਹੋ ਗਏ ਸੀ ਜਿਸ ਕਰਕੇ ਉਹਨਾਂ ਨੂੰ ਭੇਜਿਆ ਗਿਆ ਮੈਡ। ਅੱਗੇ, ਵਾਈ ਡਿਡ ਦਾ ਜੇਲ੍ਹ ਦਾ ਅਥਾਰਟੀਜ਼ ਡਿਸਕੰਟੀਨਿਊਡ ਸਮ ਆਫ ਦੇਅਰ ਪ੍ਰੈਕਟਿਸ ਆਫ ਬੈਡ ਟਰੀਟਮੈਂਟ, ਜੇਲ੍ਹ ਦੇ ਅਧਿਕਾਰੀਆਂ ਦੇ ਬੁਰੇ ਵਰਤਾਓ ਦੀਆਂ ਕੁਝ ਪ੍ਰਥਾਵਾਂ ਨੂੰ ਕਿਉਂ ਰੋਕ ਦਿੱਤਾ ਗਿਆ? ਦੇ ਲੌਂਗ ਹੰਗਰ ਸਟ੍ਰਾਈਕ ਫੋਰਸ ਡੈਮ, ਕਿਉਂਕਿ ਉਹਨਾਂ ਨੇ ਲੰਬੀ ਭੁੱਖ ਹੜਤਾਲ ਦੇ ਕਰਕੇ ਉਹਨਾਂ ਨੂੰ ਮਜਬੂਰ ਕਰਤਾ ਸੀ ਟੂ ਸਟਾਪ ਦਾ ਬੈਡ ਟਰੀਟਮੈਂਟ, ਬੁਰੀਆਂ ਟਰੀਟਮੈਂਟ ਦੇਣ ਦੇ ਲਈ। ਥੈਂਕਸ। ਵੀਡੀਓ